ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਬੇਅਦਬੀ ਤੇ ਗੋਲੀकांड ਸੰਬੰਧੀ ਇਸ ਵੇਲੇ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਗਰਮ ਹੈ। ਲੰਘੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਿਹੜੀ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਾਹਰ ਰੱਖਿਆ ਜਾਵੇ ਤੇ ਜਾਂਚ ਮੁੜ ਜਿਹੜੀ ਆ ਉਹ ਕੀਤੀ ਜਾਵੇ। ਇਸ ਤੋਂ ਬਾਅਦ ਜਿਹੜੇ ਰਾਜਨੀਤਿਕ ਤੇ ਧਾਰਮਿਕ ਮਾਹੌਲ ਬਦਲਿਆ, ਇਸ ਨੂੰ ਲੈ ਕੇ ਆਪਾਂ ਅੱਜ ਚਰਚਾ ਕਰਾਂਗੇ। ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਵਿਸ਼ਵ ਪ੍ਰਸਿੱਧ ਪੰਜਾਬੀ ਪੱਤਰਕਾਰ ਬਲਤੇਜ ਪੰਨੂ ਤੇ ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹਨਾਂ ਮਾਮਲਿਆਂ ਦਾ ਹੱਲ ਕਦੇ ਨਿਕਲ ਪਾਏਗਾ ਜਾਂ ਫਿਰ ਇਹ ਵੀ ਦਿੱਲੀ ਕਤਲੇਆਮ ਵਾਂਗੂ ਸਾਰੀ ਉਮਰ ਰਾਜਨੀਤੀ ਕਰਨ ਲਈ ਇੱਕ ਮੋਹਰਾ ਬਣ ਕੇ ਰਹਿ ਜਾਏਗਾ। ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਲਈ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਪੰਨੂ ਸਾਹਿਬ, ਲੰਘੇ ਦਿਨੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਵੱਲੋਂ ਜਿਹੜੀ SIT ਦੀ ਜਿਹੜੀ ਜਾਂਚ ਕੀਤੀ ਗਈ ਸੀ ਉਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ। ਉਸ ਤੋਂ ਪਹਿਲਾਂ ਰਣਬੀਰ ਸਿੰਘ ਖੱਟੜਾ ਹੋਣਾ ਦੀ ਜਿਹੜੀ ਜਾਂਚ ਵੀ ਉਸ ਨੂੰ ਵੀ ਜਿਹੜਾ ਉਹ ਹਾਈ ਕੋਰਟ ਨੇ ਨਕਾਰਤਾ ਸੀ ਵੀ ਇਹ ਕਿਹਾ ਗਿਆ ਸੀ ਰਣਬੀਰ ਸਿੰਘ ਖੱਟੜਾ ਹੋਣਾ ਨੂੰ ਹਟਾ ਦਿੱਤਾ ਜਾਵੇ, ਉਹਨਾਂ ਦੀ ਜਗ੍ਹਾ ਦੇ ਉੱਤੇ ਦੂਜਾ ਲਾ ਦਿੱਤਾ ਜਾਵੇ। ਨਾ ਤਾਂ ਸਰਕਾਰ ਨੇ ਉਸ ਵੇਲੇ ਕੋਈ ਸਬਕ ਲਿਆ ਕਿ ਜਦੋਂ ਰਣਬੀਰ ਸਿੰਘ ਖੱਟੜਾ ਹੋਣਾ ਨੂੰ ਹਟਾਇਆ ਗਿਆ ਵੀ ਕਿਤੇ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਵੀ ਜਿਹੜਾ ਉਹ ਹਟਾ ਦਿੱਤਾ ਜਾਵੇ, ਉਹਨਾਂ ਦੀ ਜਾਂਚ ਰਿਪੋਰਟ ਵੀ ਰੱਦ ਕਰ ਦਿੱਤੀ ਜਾਵੇ। ਅਤੇ ਨਾ ਹੀ ਜਿਹੜੀ ਜਾਂਚ ਰਿਪੋਰਟ ਪਹਿਲਾਂ ਆਈ ਸੀ ਅਤੇ ਦੁਬਾਰਾ ਜਿਹੜੀ ਉਹ ਕਮੇਟੀ ਬਣਾਈ ਗਈ ਆ, ਉਹਨਾਂ ਨੇ ਜਾਂਚ ਕਮੇਟੀ ਬਣਾਈ ਗਈ ਆ, ਉਸ ਨੇ ਵੀ ਹਾਲੇ ਤੱਕ ਜਿਹੜੀ ਪਰਮਾਰ ਹੋਣਾ ਦੀ ਜਿਹੜੀ SPS ਪਰਮਾਰ DIG ਹੋਣਾ ਦੀ, ਉਹਨਾਂ ਨੇ ਵੀ ਹਾਲੇ 2 ਮਹੀਨੇ ਲੰਘ ਗਏ ਨੇ, ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ। ਕੀ ਇਹ ਮਾਮਲਿਆਂ ਦਾ ਕੋਈ ਹੱਲ ਨਿਕਲ ਪਾਏਗਾ ਜਾਂ ਫਿਰ ਇਹ ਵੀ ਜਿਹੜਾ ਰਾਜਨੀਤੀ ਵਾਸਤੇ ਹੀ ਇੱਕ ਹਥਿਆਰ ਬਣ ਕੇ ਰਹਿ ਜਾਏਗਾ? ਕੁਲਵੰਤ ਸਿੰਘ ਜੀ, ਜੇ ਅੱਜ ਦੇ ਸੰਦਰਭ 'ਚ ਆਪਾਂ ਲੈਣਾ ਹੋਵੇ ਤਾਂ ਇਹ ਤੁਹਾਡੀ ਗੱਲ ਫਿਰ ਠੀਕ ਲੱਗਦੀ ਹੈ ਕਿ ਸ਼ਾਇਦ ਇਹਦਾ ਕੋਈ ਵੀ ਹੱਲ ਜਿਹੜਾ ਜੀ ਉਹ ਨਹੀਂ ਨਿਕਲ ਸਕੂਗਾ ਔਰ ਸਾਨੂੰ ਬਸ ਉਹੀ ਪੇਪਰ ਅਸੀਂ ਪੜ੍ਹੀ ਚੱਲਾਂਗੇ ਉਹ ਕੱਢ ਕੇ ਕਿ ਕਿੱਥੋਂ ਕਿਹਨੇ ਕੀ ਲਿਖਿਆ, ਕਿਉਂਕਿ ਹਾਲਾਂਕਿ ਜਿਹੜੇ ਚਲਾਨ ਦੀ ਕਾਪੀ ਆ ਉਹ ਹੈਗੀਆਂ ਨੇ ਕੁਝ ਜਿਹੜੀਆਂ ਕਾਫੀ ਹੱਦ ਤੱਕ ਮੇਰੇ ਕੋਲ ਹੈ, ਪਰ ਕਿਉਂਕਿ ਉਹ ਅਜੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜੀ ਉਹਦੀ ਜੱਜਮੈਂਟ ਆ ਉਹ ਆ ਜਾਵੇ, ਉਹਦੇ ਉੱਤੇ ਆਪਾਂ ਜਿਹੜੀ ਅਗਲੀ ਗੱਲਬਾਤ ਕਰਾਂਗੇ ਉਹ ਪੁਆਇੰਟ ਵਾਈਜ਼ ਉਹਦੇ ਉੱਤੇ ਕਰਾਂਗੇ ਅਤੇ ਨਾਲ ਉਹਨੂੰ ਚਲਾਨ ਨੂੰ ਉਹਦੇ ਨਾਲ ਕੰਪੇਅਰ ਕਰਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਹੈ, ਉੱਥੋਂ ਜਿਹੜੀ ਜੱਜਮੈਂਟ ਆਈ ਆ ਉਹ ਕੀ ਆ। ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਅੱਜ ਕੱਲ੍ਹ ਜੇ ਤੁਸੀਂ ਚੈਨਲਾਂ ਦੇ ਉੱਤੇ ਡਿਬੇਟ ਦੇ ਵਿੱਚ ਦੇਖਦੇ ਹੋ ਤਾਂ ਇਹ ਇੱਕ ਵੱਡੀ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ। ਜਿਹੜੇ ਬਾਦਲ ਦਲ ਦੇ ਨੁਮਾਇੰਦੇ ਬੈਠਦੇ ਨੇ ਉਹ ਇੱਕ ਗੱਲ ਕਹਿੰਦੇ ਆ ਕਿ ਜੀ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਨੂੰ ਬਿਲਕੁਲ ਕਲੀਨ ਚਿੱਟ ਦੇਤੀ। ਇਹ ਜਿਹੜੀ SIT ਆ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵਾਲੀ, ਇਹ ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਕਰ ਰਹੀ। ਇਹ ਬਾਰ-ਬਾਰ ਕਿਉਂ ਕਹਿਣਾ ਪੈ ਰਿਹਾ ਕਿ ਇਹ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਕ੍ਰੀਏਟ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਕੋਟਕਪੂਰਾ ਗੋਲੀकांड, ਬਾਈਬਲ ਕਲਾਂ ਗੋਲੀकांड ਜਿਹੜਾ ਉਹ ਸ਼ਾਮਲ ਹੈ, ਇਹ ਉਹਦੀ ਜਾਂਚ ਜਿਹੜੀ ਆ ਉਹ ਕਰ ਰਹੀ ਹੈ ਸਿੱਟ। ਜਿਹੜਾ ਤੁਸੀਂ ਸਵਾਲ ਦੂਸਰਾ ਕੀਤਾ ਕਿ ਇਹ ਬਿਲਕੁਲ ਇਹ ਪੁਆਇੰਟ ਇਸ ਟਾਈਮ ਜਿਹੜਾ ਰੇਜ਼ ਕਰਨ ਵਾਲਾ ਹੈ ਕਿ ਜਿਵੇਂ ਹੁਣ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਮੀਟਿੰਗ ਲਈ 2 ਦਿਨ ਪਹਿਲਾਂ, ਉਹਦੇ 'ਚ ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਵੀ ਸੱਦਿਆ, ਉਹਦੇ ਵਿੱਚ ਐਡਵੋਕੇਟ ਜਨਰਲ ਅਤੁਲ ਨੰਦਾ ਹੋਰਾਂ ਨੂੰ ਵੀ ਸੱਦਿਆ ਗਿਆ, ਕੁਝ ਮੰਤਰੀ ਵੀ ਗਏ। ਉਸ ਮੀਟਿੰਗ ਦੇ ਵਿੱਚ ਵਾਹਵਾ ਗਰਮਾ ਗਰਮੀ ਹੋਈ ਦੱਸੀ ਦੀ ਹੈ। ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹੀ ਗਈ ਆ ਕਿ ਅਸੀਂ ਪਿੰਡਾਂ 'ਚ ਜਾ ਕੇ ਵੜਾਂਗੇ ਕਿਵੇਂ। ਜੇ ਤੁਹਾਡੇ ਵਾਲੇ ਪੁਆਇੰਟ ਨੂੰ ਲਈਏ ਤਾਂ ਜਨਵਰੀ ਦੇ ਮਹੀਨੇ ਦੇ ਵਿੱਚ ਜੇ ਮੁੱਖ ਮੰਤਰੀ ਸਾਹਿਬ ਇੱਦਾਂ ਦੀ ਮੀਟਿੰਗ ਲੈਂਦੇ ਵੀ ਰਣਬੀਰ ਸਿੰਘ ਖੱਟੜਾ ਹੋਰਾਂ ਨੂੰ ਲਾਂਭੇ ਕੀਤਾ ਜਾ ਰਿਹਾ, ਉਹ SIT ਦੇ ਚੀਫ ਨਵੇਂ ਬਣਾ ਦਿੱਤੇ ਗਏ, 2 ਮਹੀਨੇ ਹੋ ਗਏ ਅਜੇ ਤੱਕ ਉਹਨਾਂ ਨੇ ਕੋਈ ਮੀਟਿੰਗ ਹੀ ਨਹੀਂ ਕੀਤੀ, ਉਹਨਾਂ ਨੇ ਕੋਈ ਅੱਗੇ ਫਰਦਰ ਜਿਹੜੀ ਆ ਇਸ ਇਨਵੈਸਟੀਗੇਸ਼ਨ ਨੂੰ ਨਹੀਂ ਤੋਰਿਆ। ਉਹ ਕਹਿੰਦੇ ਜੀ ਕਰ ਰਹੇ ਆ, ਕਦੋਂ ਕਰਨਗੇ ਸਮਝ ਤੋਂ ਜਿਹੜੀ ਉਹ ਪਰੇ ਵਾਲੀ ਗੱਲ ਹੈ। ਜੇ ਉਹ ਸਾਰੀ ਰੁਕੀ ਹੋਈ ਹੈ ਅਤੇ ਹੁਣ ਜਿਹੜਾ ਇਹਦੇ ਵਿੱਚ ਪੁਆਇੰਟ ਉਭਾਰਿਆ ਗਿਆ ਜਾਂ ਜਿਹੜਾ ਵਿਚਾਰਿਆ ਗਿਆ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਦੇ ਵਿੱਚ, ਜਿੰਨਾ ਪਤਾ ਲੱਗ ਰਿਹਾ ਸੂਤਰਾਂ ਤੋਂ, ਕਿ ਜਿਹੜਾ ਆਪਾਂ ਪੁਆਇੰਟ ਪਿਛਲੀ ਵਾਰੀ ਗੱਲਬਾਤ 'ਚ ਉਭਾਰਿਆ ਸੀਗਾ ਕਿ ਇਹ ਕੰਸੈਂਟ ਦੇ ਨਾਲ ਫੈਸਲਾ ਜਿਹੜਾ ਹੋਇਆ, ਔਰ ਕੰਸੈਂਟ ਦਾ ਭਾਵ ਕਿ ਉਹਦੇ ਅਜੇ ਆ ਲੈਣ ਦਿਓ ਜੱਜਮੈਂਟ, ਉਹਦੇ ਵਿੱਚ ਹੋਊਗਾ ਕਿ ਇਹ ਸਰਕਾਰੀ ਜਿਹੜੇ ਵਕੀਲ ਇੱਧਰੋਂ ਗਏ ਸੀਗੇ ਉਹਨਾਂ ਨੇ ਇਹ ਕਿਹਾ ਕਿ ਕੋਈ ਨਹੀਂ, ਇਹ 3 ਨੇ, 3 ਦੇ ਵਿੱਚੋਂ ਇੱਕ ਅਸੀਂ ਆਹ ਚੀਜ਼ ਮੰਨਦੇ ਹਾਂ ਕਿ ਤੁਸੀਂ ਸਿੱਟ ਰੱਦ ਕਰ ਦਿਓ ਅਤੇ ਨਵੀਂ ਸਿੱਟ ਬਣਾ ਦਿੰਦੇ ਆ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨਹੀਂ ਹੋਣਗੇ। ਜਦੋਂ ਕੰਸੈਂਟ ਦੇ ਨਾਲ ਉਹ ਫੈਸਲਾ ਆਊਗਾ ਫਿਰ ਡਬਲ ਬੈਂਚ ਕੋਲੇ ਵੀ ਨਹੀਂ ਜਾਇਆ ਜਾ ਸਕਦਾ, ਫਿਰ ਸੁਪਰੀਮ ਕੋਰਟ ਵੀ ਨਹੀਂ ਜਾਇਆ ਜਾ ਸਕਦਾ। ਇਹਦੀ ਤੁਸੀਂ ਗੰਭੀਰਤਾ ਨੂੰ ਸਮਝੋ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਟੈਕਨੀਕਲੀ ਇਹ ਜਿਹੜਾ ਪੁਆਇੰਟ ਹੈ ਇਹ ਸਭ ਤੋਂ ਵੱਡਾ ਰਹੂਗਾ ਜਦੋਂ ਇਹ ਜੱਜਮੈਂਟ ਆਊਗੀ। ਇਹ ਚੀਜ਼ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਦੇ ਵਿੱਚ ਉੱਭਰੀ ਹੈ ਔਰ ਇਹ ਆਖਿਆ ਗਿਆ ਕਿ ਤੁਰੰਤ SIT ਜਿਹੜੀ ਬਣਾਓ।
ਔਰ SIT ਬਣਾ ਕੇ ਉਹਦਾ ਸਮਾਬੱਧ ਕਰ ਦਿਓ। ਹੁਣ ਇਹਦੇ ਵਿੱਚ ਇੱਕ ਹੋਰ ਜਿਹੜੀ ਅੜਚਣ ਉਹ ਇਹ ਆਊਗੀ ਕਿ ਗਾਂ ਮਹੀਨੇ ਕਿੰਨੇ ਰਹਿ ਗਏ ਇਲੈਕਸ਼ਨਾਂ ਦੇ ਵਿੱਚ, ਠੀਕ ਹੈ ਨਾ ਜੀ, ਉਹ ਵੀ ਤੁਸੀਂ ਲਾ ਕੇ ਚੱਲੋ ਕਿ ਕਿਸੇ ਅਫਸਰ ਨੇ ਮੰਨਣੀ ਨਹੀਂ, ਤੇ 4-5 ਮਹੀਨੇ ਤੋਂ ਪਹਿਲਾਂ ਉਹ ਮੰਨਣੋਂ ਹਟ ਜਾਂਦੇ ਆ। ਹੁਣ ਸਾਰੇ ਭੱਜਣਗੇ ਇਸ SIT ਦੇ ਵਿੱਚ ਆਉਣ ਤੋਂ, ਕਿ ਦੇਖਾਂਗੇ ਅੱਗੇ ਪੋਲੀਟੀਕਲ ਸਿਨੈਰੀਓ ਕੀ ਹੁੰਦਾ, ਉਸ ਹਿਸਾਬ ਦੇ ਨਾਲ ਚੱਲਾਂਗੇ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਸਾਰੀ ਜਾਂਚ ਆ ਇਹ ਖੂਹ ਖਾਤੇ ਪੈ ਗਈ। ਇਹ ਪਹਿਲੀ ਵੀ ਪੈ ਗਈ ਬੇਅਦਬੀ ਘਟਨਾਵਾਂ ਵਾਲੀ ਵੀ, ਤੇ ਉਸ ਤੋਂ ਬਾਅਦ ਬੇਅਦਬੀ ਘਟਨਾਵਾਂ ਤੋਂ ਬਾਅਦ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਉਹ ਵੀ ਖੂਹ ਖਾਤੇ ਪੈ ਗਈ। ਇੰਨਾ ਕੁਝ ਕਲੀਅਰ ਹੋਣ ਦੇ ਬਾਵਜੂਦ, ਹਾਲਾਂਕਿ ਜਿਹੜੀ ਪਹਿਲੀ SIT ਦੀ ਜਿਹੜੀ ਜਾਂਚ ਹੈ ਉਹਦੇ ਵਿੱਚ ਸਾਡੇ ਕੋਲ ਜਿਹੜਾ ਇੱਕ ਦਸਤਾਵੇਜ਼ ਆ ਸਟਰੋਂਗ, ਉਹ ਸਾਡੇ ਕੋਲ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲਾ ਦਸਤਾਵੇਜ਼ ਹੈ। ਮੈਂ ਉਹਦੇ ਉਨੀ ਰਣਬੀਰ ਸਿੰਘ ਖਟੜਾ ਹੋਰਾਂ ਵਾਲੀ ਜਿਹੜੀ SIT ਆ ਉਹਦੇ ਉੱਤੇ ਜ਼ਿਆਦਾ ਨਹੀਂ ਕਰਦਾ, ਕਿਉਂਕਿ ਉਹਦੇ 'ਚ ਦੇਖੋ ਟੈਕਨੀਕਲੀ ਗੱਲਾਂ ਨੇ। ਇਹ ਕਹਿਣਗੇ ਬਹੁਤ ਸਾਰੇ ਜਿਹੜੇ ਅਕਾਲੀ ਦਲ ਬਾਦਲ ਦੇ ਹੈਗੇ ਨੇ ਜੀ, ਉਹ ਇਹ ਕਹੀ ਜਾਂਦੇ ਨੇ, ਉਹੀ ਉਭਾਰਦੇ ਨੇ ਉਹਨੂੰ। ਤੁਸੀਂ ਟੈਕਨੀਕਲ ਆਧਾਰ ਦੇ ਉੱਤੇ ਜਿਹੜੀਆਂ ਫਾਈਂਡਿੰਗਸ ਨੇ ਉਹਦੇ ਵਿੱਚ, ਉਹਦੇ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ। ਜਿਹੜੀ CCTV ਫੁਟੇਜ ਹੈ ਉਹ ਬਹੁਤ ਸਾਰਾ ਕੁਝ ਕਹਿੰਦੀ ਆ। ਉਹਦੇ ਵਿੱਚ ਕੋਟਕਪੂਰਾ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੀ ਜਿਹੜੀ CCTV ਫੁਟੇਜ ਹੈ, ਜਿਹੜੀ ਫਾਈਂਡਿੰਗਸ ਉਹਦੇ ਵਿੱਚ ਨੇ ਕਿ ਕਿਹੜੇ ਜਿਹੜਾ ਲਿਜਾ ਕੇ ਆਪਣੇ ਫਾਰਮ ਹਾਊਸ ਦੇ ਵਿੱਚ ਤੇ ਜਿਪਸੀ ਤੇ ਗੋਲੀਆਂ ਮਾਰੀਆਂ ਗਈਆਂ, ਇਹ ਬਣਾਇਆ ਗਿਆ ਬਈ ਹਾਂ ਵੀ ਸਾਡੇ ਉਹਨਾਂ ਦੇ ਨਾਮ ਜਿਹੜੇ ਚਲਾਨ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ, ਉਹ ਚੀਜ਼ਾਂ ਜਿਹੜੀਆਂ ਉਹ ਲੱਭਤਾਂ ਨੇ, ਬਹੁਤ ਕਮਾਲ ਦੀਆਂ ਲੱਭਤਾਂ ਨੇ ਉਹ। ਤੋ ਇਸ ਕਰਕੇ ਇਹ ਦਸਤਾਵੇਜ਼ ਨੇ ਕੁਲਵੰਤ ਸਿੰਘ ਜੀ, ਇਹਦੇ ਉੱਤੇ ਕੁਝ ਹੋਵੇ ਜਾਂ ਨਾ ਹੋਵੇ, SIT ਬਣੇ, ਅਦਾਲਤ ਤੋਂ ਨਿਆਂ ਮਿਲੇ ਜਾਂ ਨਾ ਮਿਲੇ, ਲੋਕਾਂ ਦੇ ਸਾਹਮਣੇ ਬਹੁਤ ਕੁਝ ਨੰਗਾ ਚਿੱਟਾ ਹੋ ਕੇ ਸਾਹਮਣੇ ਜਿਹੜਾ ਉਹ ਆ ਗਿਆ ਕਿ ਇਹ ਸਿਆਸੀ ਪਾਰਟੀਆਂ ਕਰਦੀਆਂ ਕੀ ਰਹੀਆਂ ਨੇ, ਕਰ ਕੀ ਜਿਹੜੀਆਂ ਉਹ ਰਹੀਆਂ ਨੇ। 84 ਦਾ ਤੁਸੀਂ ਜ਼ਿਕਰ ਕੀਤਾ, ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਫਰਕ ਹੈ। ਅੱਜ ਜਿਹੜਾ ਬਹੁਤ ਤੇਜ਼ ਤਰਾਰ ਹੈ ਸਾਰਾ ਕੁਝ, ਔਰ ਜਿਹੜਾ ਇੰਟਰਨੈਟ ਨੇ ਜਾਂ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਫੇਸਬੁੱਕ ਹੈ, WhatsApp ਹੈ, ਈਮੇਲਸ ਨੇ, ਉਹਨਾਂ ਨੇ ਬਹੁਤ ਕੁਝ ਜਿਹੜਾ ਬਦਲ ਕੇ ਰੱਖ ਦਿੱਤਾ। ਉਦੋਂ ਕੁਝ ਵੀ ਨਹੀਂ ਸੀਗਾ। ਅੱਜ ਸਿਰਫ ਤੁਹਾਨੂੰ ਉਸ ਮੀਡੀਆ ਦੇ ਉੱਤੇ ਜਿਹੜਾ ਦੀ ਸਿਰਫ ਧਿਆਨ ਰੱਖਣ ਦੀ ਜ਼ਰੂਰਤ ਨਹੀਂ ਹੈ ਜਿਹੜਾ ਤੁਹਾਡੇ ਕੇਬਲ ਦੇ ਉੱਤੇ ਚੱਲਦਾ। ਆ ਜਿਹੜੇ ਮੀਡੀਆ ਜਿਹੜੇ ਆਨਲਾਈਨ ਜਿਹੜੇ ਸ਼ੁਰੂ ਹੋਏ ਨੇ, ਬਹੁਤ ਕੁਝ ਜਿਹੜਾ ਉਹ ਸਾਹਮਣੇ ਲਿਆਈ ਜਾਂਦੇ ਆ, ਬਹੁਤ ਕੁਝ ਉਧੇੜ ਕੇ ਸਾਹਮਣੇ ਜਿਹੜਾ ਉਹ ਰੱਖੀ ਜਾਂਦੇ ਆ। ਇਹਨਾਂ ਚੀਜ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ, ਜੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਨੂੰ ਆਧਾਰ ਮੰਨਦੇ ਆ, ਤੇ ਇਹ ਜਿਹੜਾ ਚਲਾਨ ਪੇਸ਼ ਕੀਤੇ ਗਏ, 9 ਚਲਾਨ ਪੇਸ਼ ਕੀਤੇ ਗਏ, 10ਵਾਂ ਜੇ ਕਰਨਾ ਸੀਗਾ, ਇਹ ਵੀ ਇੱਕ ਦਸਤਾਵੇਜ਼ ਹੈ। ਇਹ ਦਸਤਾਵੇਜ਼ ਵੀ ਇਸ ਤਰ੍ਹਾਂ ਦਾ, ਇਹਨੂੰ ਵੀ ਝੁਠਲਾਇਆ ਨਹੀਂ ਜਾ ਸਕੂਗਾ। ਇਹ ਵੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਣਾ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਜਾਣਾ, ਸਾਰਿਆਂ ਕੋਲੇ ਪਹੁੰਚ ਜਾਣਾ। ਜਿਹੜੇ ਰਾਜਨੀਤਿਕ ਇਹ ਕਹਿੰਦੇ ਇਹਨੂੰ ਜਨਤਕ ਕਰ ਦਿਓ, ਰਵਨੀਤ ਸਿੰਘ ਬਿੱਟੂ ਹੋ ਗਏ, ਨਵਜੋਤ ਸਿੰਘ ਸਿੱਧੂ ਹੋ ਗਏ, ਜਾਂ ਆਪਣੇ ਜਾਖੜ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਟੈਕਨੀਕਲੀ ਨਹੀਂ ਪ੍ਰੋਬਲਮ ਤਾਂ ਕਰ ਦਿਓ। ਇਹ ਤਾਂ ਜਨਤਕ ਆ, ਇਹ ਤਾਂ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਦੀ ਉਹ ਪਿਆ ਲੋਕਾਂ ਦੇ ਕੋਲੇ। ਇਹ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗੂ ਹੀ ਜਿਹੜਾ ਉਹ ਪਹੁੰਚ ਜਾਣਾ। ਉਹਦੇ ਵਿੱਚ ਇਹ ਦਰਜ ਹੈ ਕਿ ਕਿਵੇਂ ਇੱਕ ਗਵਾਹ ਨੂੰ ਮੁਕਰਾਉਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਦਿੱਤੀ ਗਈ ਹੈ। ਬਹੁਤ ਕਮਾਲ ਦੀ ਜਾਣਕਾਰੀ ਹੈ। ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਸਰ ਇਹ ਕਿਹਾ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਆਸੀ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਿਰੋਲ ਧਾਰਮਿਕ ਜਥੇਬੰਦੀ ਹੈ, ਤੇ ਇਹਦੇ ਨਾਲ ਨਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ ਦੇਣਾ, ਸਾਰੇ ਫੈਸਲੇ ਆਪੋ ਕਰਦੇ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਜਿਹੜਾ ਉਹ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਹ ਸਾਰਾ ਕੁਝ ਕੀਤਾ ਗਿਆ। ਇਹਦੇ ਨਾਲ ਅਗਰ ਇੱਕ ਦੇਖਿਆ ਜਾਵੇ ਤਾਂ ਅਗਰ ਇਹਦੇ ਜਿਹੜੀ ਅਗਸਤ 2018 ਦੇ ਵਿੱਚ ਜਿਹੜੀ ਵਿਧਾਨ ਸਭਾ ਦੇ ਅੰਦਰ ਬਹਿਸ ਹੋਈ ਸੀ, ਤੇ ਉਦੋਂ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਵੀ 3 ਮਹੀਨੇ ਦੇ ਵਿੱਚ ਜਿਹੜੀ ਇਹ ਜਾਂਚ ਮੁਕੰਮਲ ਕੀਤੀ ਜਾਏਗੀ। ਲੇਕਿਨ ਪਹਿਲੇ 2-3 ਮਹੀਨੇ ਤਾਂ ਜਿਹੜਾ ਸੀਗਾ ਉਹ ਕੋਈ ਅਧਿਕਾਰੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਹੋਏਗਾ, ਕੋਈ ਅਧਿਕਾਰੀ ਉਸ ਵੇਲੇ SIT ਦੇ ਵਿੱਚ ਆਉਣ ਨੂੰ ਤਿਆਰ ਹੀ ਨਹੀਂ ਹੋਇਆ ਸੀ ਸ਼ੁਰੂ ਦੇ ਵਿੱਚ। ਤਾਂ ਫਿਰ ਹੌਲੀ ਜਿਸ ਤਰੀਕੇ ਨਾਲ ਬੰਦੇ ਅੱਗੇ ਆਏ, ਤੇ ਉਹਦੇ ਵਿੱਚੋਂ ਵੀ ਜਿਹੜੇ ਬੰਦੇ 5 ਮੈਂਬਰੀ ਕਮੇਟੀ ਬਣੀ, ਤੇ ਉਹ ਵੀ ਜਿਹੜੇ ਵੀ 4 ਮੈਂਬਰ ਜਿਹੜੇ ਸੀ ਉਹਦੇ ਤੋਂ ਅੱਡ ਹੋ ਗਏ, ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਕੱਲਾ ਛੱਡ ਦਿੱਤਾ ਗਿਆ। ਤੇ ਇਹ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਗਈ ਵੀ ਆਪ ਉਧਰੀਆਂ ਕਰ ਰਹੇ ਨੇ, ਸਾਨੂੰ ਜਿਹੜੀ ਇਹ ਸੁਣਵਾਈ ਨਹੀਂ ਕਰ ਰਹੇ। ਉਦੋਂ ਕਿਹਾ ਗਿਆ ਸੀਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਿਹੜਾ ਉਹਨਾਂ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਉਣਾ ਸੀਗਾ, ਤੇ ਉਹਦੇ 'ਚ ਇਹ ਕਿਹਾ ਜਾ ਰਿਹਾ ਸੀ, ਗੱਲਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਇਹਨਾਂ ਦੋਨਾਂ ਦੀਆਂ ਆਪਸ ਦੇ ਵਿੱਚ ਜਿਹੜੀ ਆ ਉਹ ਇਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਸੱਦਿਆ ਜਾਵੇ। ਸੋ ਇਹਦੇ ਨਾਲ ਜਿਹੜਾ ਸੀਗਾ ਉਹ ਉਹੀ ਕਾਰਨ ਜਿਹੜਾ ਸੀਗਾ ਕਿ ਅੱਗੇ ਚੱਲ ਕੇ ਉਹ ਅੱਡ ਹੋ ਗਏ, ਤੇ ਉਹਨਾਂ ਨੇ ਜਾਂਚ ਰਿਪੋਰਟ ਦੇ ਉੱਤੇ ਹਸਤਾਖਰ ਹੀ ਨਹੀਂ ਕੀਤੇ, ਤੇ ਉਹੀ ਕਾਰਨ ਰਿਹਾ ਕਿ ਇਹਨਾਂ ਨੇ ਅੱਗੇ ਜਿਹੜੀ ਜਾਂਚ ਰਿਪੋਰਟ ਜਿਹੜੀ ਉਹ ਉੱਥੇ ਅੱਗੇ ਰੱਦ ਹੋ ਗਈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਐਕਚੁਅਲੀ ਉਹਨਾਂ ਨੇ ਐਫੀਡੇਵਿਟ ਲਾਇਆ ਨਾ ਜੀ ਆਪਣੇ
ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਜੀ। ਉਹ ਤੁਹਾਡੀ ਗੱਲ ਦਾ ਜਿਹੜਾ ਜੀ ਉਹ ਬਹੁਤਾ ਜਵਾਬ ਜਿਹੜਾ ਉਹ ਦਿੰਦਾ ਕਿ ਉਹਨਾਂ ਨੇ ਇਹ ਜਿਹੜੀ ਆ ਡੀਜੀਪੀ ਸਾਹਿਬ ਨੂੰ ਵੀ ਲੈਟਰ ਜਿਹੜੀ ਆ ਉਹ ਲਿਖੀ ਹੋਈ ਆ। ਇਹ ਉਹਨਾਂ ਨੇ ਲਿਖੀ ਆ 15 ਮਾਰਚ ਨੂੰ ਜੀ ਇਸੇ ਸਾਲ ਦੀ। ਅੱਛਾ ਹਾਂਜੀ, ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਹੈ ਔਰ ਉਹਨਾਂ ਨੇ ਇੱਕ ਤਾਂ ਜਿਹੜੇ ਜ਼ਿਕਰ ਨੇ ਕਿ ਕਿਹੜੇ ਲੋਕਾਂ ਦੇ ਖਿਲਾਫ ਚਲਾਨ ਜਿਹੜੇ ਆ ਉਹ ਪੇਸ਼ ਹੋਏ ਆ ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਲਿਖੀ ਆ ਕਿ ਮੈਨੂੰ ਧਮਕੀਆਂ ਤੱਕ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਕਿਹਨਾਂ ਲੋਕਾਂ ਵੱਲੋਂ? ਉਹ ਬਿਲਕੁਲ ਨਾਮ ਜਿਹੜਾ ਜੀ ਉਹ ਲਿਖ ਰਿਹਾ, ਮੇਰੇ ਕੋਲੇ ਉਹਦੀ ਕਾਪੀ ਆ ਜਿਹੜਾ ਉਹਨਾਂ ਨੂੰ ਜਿਹੜਾ ਐਫੀਡੇਵਿਟ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖਦਾ ਉਹ ਕਹਿੰਦੇ ਡਿਸਪਾਈਟ ਦੀ ਫੈਕਟ that all the accused in the case are very high profile, the accused try to put undue pressure and even threat to the life of mine and my family. However, I have maintained full professional attitude and conduct in unbiased manner with full dedication and commitment. ਅੱਗੇ ਤੁਸੀਂ ਦੇਖਣਾ ਉਹ ਕਹਿੰਦੇ ਕਿ threat and abusive language used by Sukhbir Singh Badal and Bikram Singh Majithia ਗਾਲਾਂ ਕੱਟੀਆਂ ਗਈਆਂ। could not deter me from the righteous and rightful path. ਇੱਥੋਂ ਤੱਕ ਜਿਹੜਾ ਜੀ ਉਹ ਇਹ ਗੱਲ ਕਹਿੰਦੇ ਆ। ਅੱਗੇ ਉਹ ਲਿਖਦੇ ਆ ਕਿ ਸ਼ੁਭ ਕਰਮਨ ਤੇ ਕਬਹੂਣਾ ਜੋ ਵੀ ਉਹ ਜਿਹੜਾ ਉਹ ਕਹਿ ਰਹੇ ਆ, ਉਹ ਕਹਿੰਦੇ ਆ ਕਿ ਇਹ ਹੋਇਆ ਕਿਉਂ, ਜਿਹੜਾ ਤੁਸੀਂ ਜ਼ਿਕਰ ਕਰਦੇ ਆ ਕਿ ਜਦੋਂ ਇਨਵੈਸਟੀਗੇਸ਼ਨ ਦੇ ਵਾਸਤੇ 19/11/2018 ਨੂੰ ਸੱਦਿਆ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਉਹ ਕਹਿੰਦੇ ਉਦੋਂ ਬਾਅਦ ਮੇਰੇ ਉੱਤੇ ਜਿਹੜਾ ਜੀ ਮੈਨੂੰ ਇਸ ਕਿਸਮ ਦਾ ਜਿਹੜਾ ਥ੍ਰੈਟ ਹੈ ਉਹ ਕੀਤਾ ਗਿਆ। ਇਹਦਾ ਜ਼ਿਕਰ ਉਹ ਜਿਹੜਾ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਲਿਖੀ ਹੋਈ ਹੈ ਇਹ ਚਿੱਠੀ, ਉਹਦੇ ਵਿੱਚ ਉਹਨਾਂ ਨੇ ਕਿਹਾ। ਇਹਦੇ 'ਚ ਸਵਾਲ ਜਿਹੜਾ ਵੱਡਾ ਕੁਲਵੰਤ ਸਿੰਘ ਜੀ ਇਹ ਬਣਦਾ ਕਿ ਜੇ ਡੀਜੀਪੀ ਸਾਹਿਬ ਕੋਲੇ ਇਹ ਮਾਮਲਾ ਉਹਨਾਂ ਨੇ ਉਠਾਇਆ ਤੇ ਇਹਦੇ ਉੱਤੇ FIR ਨਹੀਂ ਦਰਜ ਹੋਣੀ ਚਾਹੀਦੀ। ਜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਸਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੈ, ਤੁਹਾਡੇ ਵਰਗੇ ਜਾਂਬਾਜ਼ ਅਫਸਰਾਂ ਦੀ ਲੋੜ ਹੈ, ਜਾਂਬਾਜ਼ ਅਫਸਰਾਂ ਨੂੰ ਥ੍ਰੈਟ ਕੌਣ ਕਰ ਰਿਹਾ ਜੀ? ਜੇ ਕੋਈ ਥ੍ਰੈਟ ਕਰ ਰਿਹਾ ਤਾਂ ਉਹਦੀ ਇਨਵੈਸਟੀਗੇਸ਼ਨ ਜਾਂ ਉਹਦੀ ਕੋਈ FIR ਨਹੀਂ ਦਰਜ ਹੋਣੀ ਚਾਹੀਦੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਪੰਨੂ ਸਾਹਿਬ ਕਿ ਅਗਰ ਕਿਸੇ ਬੰਦੇ ਨੂੰ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਜਾਵੇ ਤਾਂ ਉਸ ਦੇ ਉੱਤੇ ਧਾਰਾ ਜਿਹੜੀ ਹੈ 353 186 ਸਮਥਿੰਗ ਇਹਦੀ ਧਾਰਾ ਹੁੰਦੀ ਹੈ ਜਿਹਦੇ ਤਹਿਤ FIR ਦਰਜ ਕੀਤੀ ਜਾਂਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਜੇ DGP ਨੂੰ ਇਹ ਲਿਖਤੀ ਤੌਰ 'ਤੇ ਦਿੱਤਾ ਗਿਆ ਤਾਂ ਕੀ DGP ਨੇ ਮੁੱਖ ਮੰਤਰੀ ਨੂੰ ਨਹੀਂ ਦੱਸਿਆ ਹੋਵੇਗਾ? ਮੁੱਖ ਮੰਤਰੀ ਨੂੰ ਦੱਸੇ ਜਾਣ ਦੇ ਬਾਵਜੂਦ, DGP ਨੂੰ ਦੱਸੇ ਜਾਣ ਦੇ ਬਾਵਜੂਦ ਕੀ ਜਿਹੜਾ ਉਹ ਜੇਕਰ ਉਹਨਾਂ ਦੇ ਉੱਤੇ ਫਿਰ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਉਹ ਕਿਸ ਲਿਹਾਜ਼ ਨਾਲ ਕਹਿ ਰਹੇ ਨੇ ਵੀ ਸਾਨੂੰ ਜਿਹੜੇ ਇਹਨੇ ਅਧਿਕਾਰੀ ਅਜਿਹੇ ਅਧਿਕਾਰੀਆਂ ਦੀ ਲੋੜ ਹੈ ਤੇ ਕਿਸ ਲਿਹਾਜ਼ ਨਾਲ ਕਹਿੰਦੇ ਨੇ ਵੀ ਅਸੀਂ ਤੁਹਾਡਾ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕਰਨਾ? ਤੇ ਕਿੱਦਾਂ ਉਹ ਇਨਕਾਰ ਕਰਨਗੇ 75-25 ਵਾਲੇ ਬਿਆਨ ਤੋਂ, ਤੇ ਕਿੱਦਾਂ ਇਨਕਾਰ ਕਰਨਗੇ ਜਿਹੜੇ ਉਹ ਚਾਚੇ ਭਤੀਜੇ ਵਾਲੇ ਬਿਆਨ ਤੋਂ? ਬਿਲਕੁਲ ਇਹਦੇ 'ਚ ਬਿਲਕੁਲ ਤੁਸੀਂ ਜਿਹੜਾ ਦੀ ਉਹ ਸਹੀ ਹੋ, ਕਿਉਂਕਿ ਇਸ ਵੇਲੇ ਜਿਹੜੀਆਂ ਉਂਗਲਾਂ ਉੱਠ ਰਹੀਆਂ ਨੇ, ਤੁਸੀਂ ਮੇਰਾ ਖਿਆਲ ਇੰਡੀਅਨ ਐਕਸਪ੍ਰੈਸ ਦੀ ਉਹ ਰਿਪੋਰਟ ਜੇ ਪੜ੍ਹੀ ਹੋਵੇ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਮੋਸਟ ਸੀਨੀਅਰ ਲਾਇਰ ਨੇ ਜਦੋਂ ਉਹਨਾਂ ਨੂੰ ਲਿਆਂਦਾ ਜਾਂਦਾ ਉਹਨਾਂ ਦੀ ਫੀ ਜਿਹੜੀ ਆ 9 ਤੋਂ 11 ਲੱਖ ਰੁਪਈਏ ਆ, ਹਾਂਜੀ। ਇਹ ਜਿਹੜੇ ਵਕੀਲ ਲੈਂਦੇ ਕੋਲ ਉਹਨਾਂ ਨੂੰ 25 ਲੱਖ ਰੁਪਈਏ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ, ਹਾਂਜੀ ਹਾਂ। ਇੰਨਾ ਤੁਸੀਂ ਜਿਹੜਾ ਉਹ ਦੇ ਕੇ ਲਿਆਂਦਾ। ਔਰ ਫਿਰ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਆ ਮੀਟਿੰਗ ਹੋਈ ਆ ਹੁਣੇ ਜਿਹਦਾ ਆਪਾਂ ਜ਼ਿਕਰ ਕੀਤਾ, ਉਹਦੇ ਵਿੱਚ ਕੁਲਵੰਤ ਸਿੰਘ ਜੀ ਇਹ ਮਾਮਲਾ ਉੱਠਿਆ ਔਰ ਇਹ ਕਿਹਾ ਗਿਆ ਕਿ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੂੰ ਡਾਇਰੈਕਟਲੀ ਸਾਰਿਆਂ ਨੇ ਸਵਾਲ ਕੀਤੇ ਵੀ ਇਹ ਦੱਸੋ ਤੁਸੀਂ ਕੇਸ ਜਿੱਤਿਆ ਕਿਹੜਾ, ਇੱਕ ਦੱਸ ਦਿਓ, ਇੱਕ ਕੇਸ ਦੱਸ ਦਿਓ ਜਿਹੜਾ ਤੁਸੀਂ ਪੰਜਾਬ ਸਰਕਾਰ ਦੇ ਵਾਸਤੇ ਜਿੱਤਿਆ। ਇਹ ਸਿੰਗਲ ਕੇਸ ਕੋਈ ਨਹੀਂ ਉਹਨਾਂ ਨੇ ਜਿਹੜਾ ਜੀ ਉਹ ਜਿੱਤਿਆ। ਇਹ ਤਾਂ ਬਹੁਤ ਸੈਂਸਿਟਿਵ ਸੀ। ਜੇ ਇਹ ਛੁੱਟੀ ਲੈ ਗਏ ਸੀਗੇ ਉਦੋਂ ਜਦੋਂ ਪੇਸ਼ੀ ਸੀਗੀ ਇਹਦੀ ਕੇਸ ਦੀ ਇਹਦੀ ਵੀ। ਔਰ ਜੇ ਤੁਸੀਂ ਬਲਵੰਤ ਸਿੰਘ ਮਲਤਾਨੀ ਵਾਲੇ ਮਾਮਲੇ ਨੂੰ ਦੇਖੋ, ਉਹਦੇ ਵਿੱਚ ਤੁਸੀਂ ਦੇਖ ਲਿਓ ਕਿ ਜਦੋਂ ਐਪਲੀਕੇਸ਼ਨ ਜਿਹੜੀਆਂ ਲੱਗਦੀਆਂ ਨੇ ਜਿਹੜੇ ਉਹਦੇ ਵਿੱਚ ਕਥਿਤ ਦੋਸ਼ੀ ਬਣਾਏ ਗਏ ਨੇ ਉਹਨਾਂ ਦੀਆਂ, ਤੇ ਉਦੋਂ ਬਹਿਸ ਕਰਨ ਦੇ ਵਾਸਤੇ ਨਹੀਂ ਜਾਂਦੇ ਵਕੀਲ ਜੀ ਤਾਂ ਕਿ ਉਹ ਚੁੱਪ ਕੀਤੇ ਜਿਹੜਾ ਉਹ ਜ਼ਮਾਨਤ ਲੈ ਜਾਣ। ਇਹ ਤਾਂ ਬਹੁਤ ਗੰਭੀਰ ਜਿਹੜੀਆਂ ਜੀ ਉਹ ਸਾਜ਼ਿਸ਼ਾਂ ਕਹੀਆਂ ਜਾ ਸਕਦੀਆਂ ਨੇ। ਲਾਅ ਐਂਡ ਆਰਡਰ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਹੋ ਰਿਹਾ ਕਿ IG ਸੇਫ ਨਹੀਂਗਾ। ਜੇ IG ਸੇਫ ਨਹੀਂ, ਤੁਸੀਂ ਮੈਂ ਕੀ ਚੀਜ਼ ਹੋ ਜੀ? ਕੁਝ ਵੀ ਨਹੀਂ, ਤੁਸੀਂ ਕੁਝ ਵੀ ਨਹੀਂ। ਇਹ ਚੀਜ਼ਾਂ ਚਲੋ ਇਹ ਤਾਂ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਜੀ ਆਇਆ ਫੈਸਲਾ ਜਿਹਦੀ ਅਜੇ ਉਹਦਾ ਜੱਜਮੈਂਟ ਆਉਣੀ ਬਾਕੀ ਹੈ, ਇਹ ਉਦੋਂ ਪਹਿਲਾਂ ਲਿਖੀਆਂ ਗਈਆਂ ਚਿੱਠੀਆਂ ਨੇ। ਇਹਦੇ ਉੱਤੇ ਐਕਸ਼ਨ ਨਹੀਂ ਹੋਣਾ ਚਾਹੀਦਾ ਸੀ। ਤੁਹਾਡਾ ਸਵਾਲ ਜਿਹੜਾ ਵੀ ਜੇ ਜਨਵਰੀ ਦੇ ਵਿੱਚ ਖਟੜਾ ਸਾਹਿਬ ਨੂੰ ਲਾਂਭੇ ਕਰ ਦਿੱਤਾ ਗਿਆ ਸੀਗਾ ਤੇ ਉਦੋਂ ਇਹ ਨਾ ਸੋਚਿਆ ਗਿਆ ਵੀ ਜੇ ਕਿਤੇ ਬੇਅਦਬੀ ਤੋਂ ਬਾਅਦ ਵਾਲੀਆਂ ਘਟਨਾਵਾਂ ਦੀ ਜਿਹੜੀ SIT ਹੈ ਇਹਦੇ ਉੱਤੇ ਵੀ ਇਹ ਆ ਸਕਦਾ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਹੀ ਸੀਗਾ ਜੀ, ਉਹ ਕਹਿੰਦੇ ਇੱਥੇ ਤਾਂ ਸਿੱਟ ਦਾ ਮਤਲਬ ਸਿੱਟ ਡਾਊਨ ਹੈ, ਬਹਿ ਚੁੱਪ ਕਰਕੇ, ਕੁਝ ਵੀ ਕਰਨ ਦੀ ਲੋੜ ਨਹੀਂ। ਜੇ ਬੇਅਦਬੀ ਘਟਨਾਵਾਂ ਦੀ ਗੱਲ ਕਰੀਏ ਵੀ 2 ਮਹੀਨਿਆਂ ਤੋਂ ਕੁਝ ਨਹੀਂ ਕੀਤਾ ਤੇ ਵਾਕਿਆ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੀ ਗੱਲ ਠੀਕ ਹੈ, ਸਿੱਟ ਡਾਊਨ, ਚੁੱਪ ਬਹਿ ਜਾਓ।
ਨਹੀਂ, ਪਰ ਇਹਦੇ ਨਾਲ ਤਾਂ ਫਿਰ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਰੌਲਾ ਪਾ ਰਹੇ ਨੇ ਕਿ ਇਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਹਾਲਤ ਹੈ ਬਹੁਤ ਮਾੜੀ ਹੈਗੀ ਹੈ। ਜੇ ਆਈਜੀ ਇੱਕ ਕੰਪਲੇਂਟ ਕਰ ਰਹੇ ਨੇ ਕਿ ਸਾਨੂੰ ਜਿਹੜੇ ਸਿਆਸਤਦਾਨ ਧਮਕਾ ਰਹੇ ਨੇ, ਆਈਜੀ ਕੰਪਲੇਂਟ ਕਰਨ ਨੇ, ਮੈਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਤਾਂ ਫਿਰ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਰਾਜਪਾਲ ਨੂੰ ਮਿਲਦੇ ਨੇ ਕਿ ਪੰਜਾਬ ਸਰਕਾਰ ਭੰਗ ਕੀਤੇ ਜਾਣ ਦੀ ਮੰਗ ਨੂੰ, ਫਿਰ ਇਹਦਾ ਮਤਲਬ ਠੀਕ ਸੀਗੇ। ਕੁਲਵੰਤ ਸਿੰਘ ਜੀ, ਇਹਦੇ ਨਾਲ ਜਿਹੜੀ ਫੋਰਸ ਹੈ, ਜਿਹੜੀ ਪੰਜਾਬ ਪੁਲਿਸ ਦੀ ਫੋਰਸ ਹੈ, ਉਹਦੇ ਵਿੱਚ ਬਹੁਤ ਕਮਾਲ ਦੇ ਆਫੀਸਰ ਨੇ, ਕੋਈ ਡਾਊਟ ਨਹੀਂ ਹੈ ਇਹਦੇ ਉੱਤੇ। ਜਿਹੜੇ ਖਾਸ ਤੌਰ ਦੇ ਉੱਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਨੇ ਉਹ ਡੀਮੋਰਲਾਈਜ਼ ਹੋਣਗੇ ਇਹਦੇ ਨਾਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ ਨੂੰ ਵੀ ਲੱਗੂਗਾ, ਮੈਂ ਤਾਂ ਕਿਹਾ ਸੀਗਾ ਵੀ ਕੌਣ ਤਿਆਰ ਜਿਹੜਾ ਹੋਊਗਾ, ਹਰੇਕ ਕੋਈ ਇਹ ਕਹੂਗਾ ਕਿ ਮੈਨੂੰ ਮੁੜ ਕੇ ਗਾਲਾਂ ਨਾ ਪੈਣ, ਮੇਰੀ ਫੈਮਿਲੀ ਜਿਹੜੀ ਆ ਉਹ ਕਿਤੇ ਅੰਡਰ ਥ੍ਰੈਟ ਨਾ ਆ ਜਾਵੇ। ਇਹ ਮੈਂ ਤਾਂ ਕਰਕੇ ਤੁਹਾਨੂੰ ਇਹ ਗੱਲ ਦੱਸੀ ਹੈ ਵੀ ਜਿਹੜਾ ਐਫੀਡੇਵਿਟ ਉਹ ਦੇ ਰਹੇ ਆ ਉਹਦੇ ਵਿੱਚ ਉਹ ਕੀ ਗੱਲ ਕਹਿ ਰਹੇ ਆ, ਬਾਕੀ ਆਫਿਸਰਾਂ ਦਾ ਕੀ ਬਣੂਗਾ, ਉਹ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੋਚਦੇ ਹੋਣਗੇ। ਆਫਟਰ ਆਲ ਆਈਪੀਐਸ ਇੱਕ ਲੌਬੀ ਹੈ, ਬਹੁਤ ਵੱਡੀ ਲੌਬੀ ਹੈ, ਔਰ ਉਹਦੇ ਵਿੱਚ ਕਿੰਨੇ ਇਮਾਨਦਾਰ ਆਫਿਸਰ ਨੇ ਜੀ, ਕਿੰਨੇ ਆਪਾਂ ਗਿਣ ਸਕਦੇ ਹਾਂ? ਬੇਈਮਾਨ ਗਿਣਨੇ ਹੋਣ ਤਾਂ ਚਲੋ ਠੀਕ ਆ, ਉਹ ਵੀ ਬਹੁਤ ਨੇ, ਪਰ ਇਮਾਨਦਾਰ ਵੀ ਬਹੁਤ ਨੇ। ਇਹ ਤਾਂ ਆਈ ਥਿੰਕ ਕਿਤੇ ਨਾ ਕਿਤੇ ਫੋਰਸ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਹੋ ਗਿਆ, ਉਹਨਾਂ ਆਫਿਸਰਸ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਜਿਹੜੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਤੋਂ ਇਹੋ ਜਿਹੀਆਂ ਇਨਵੈਸਟੀਗੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਸਿਰੇ ਚਾੜ੍ਹਦੇ ਰਹੇ ਆ। ਕੱਲ੍ਹ ਨੂੰ ਕੌਣ ਚਾੜੂਗਾ ਜੀ? ਕੁਲਵੰਤ ਸਿੰਘ ਜੀ, ਇੱਕ ਸਵਾਲ ਹੈ ਜਿਹੜਾ ਮੈਂ ਦਰਸ਼ਕਾਂ ਦੇ ਨਾਲ ਵੀ ਕਰਨਾ ਚਾਹੁੰਦਾ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਤੁਸੀਂ ਬਣਾਇਆ ਜੀ, ਤੁਹਾਨੂੰ ਉਹ ਮਨਜ਼ੂਰ ਨਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਆ ਗਿਆ, ਉਹਦੀ ਜ਼ੋਰਾ ਸਿੰਘ ਹੋਰਾਂ ਦੀ ਰਿਪੋਰਟ ਤੁਸੀਂ ਲਈ ਨਹੀਂ, ਉਹ ਬਾਹਰ ਬੈਠੇ ਰਹੇ। ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਤੁਸੀਂ ਵਿਧਾਨ ਸਭਾ ਦੇ ਬਾਹਰ ਰੋਲੀ ਪੈਰਾਂ ਦੇ ਵਿੱਚ 5-5 ਰੁਪਈਏ ਦੀ ਵੇਚੀ, ਠੀਕ ਹੈ ਜੀ, ਉਹ ਤੁਹਾਨੂੰ ਮਨਜ਼ੂਰ ਨਹੀਂ। ਸਿੱਟ ਬਣਾਤੀ, ਸਿੱਟ ਤੁਹਾਨੂੰ ਮਨਜ਼ੂਰ ਨਹੀਂ। CBI ਨੂੰ ਤੁਸੀਂ ਜਾਂਚ ਦਿੱਤੀ ਸੀ, CBI ਨੇ ਕਿੰਨੇ ਸਮੇਂ ਤੋਂ ਬਾਅਦ, 2 ਸਾਲ ਤੋਂ ਬਾਅਦ ਇਹ ਲਿਖ ਕੇ ਦਿੱਤਾ ਵੀ ਇਹ 'ਚ ਹੋਇਆ ਹੀ ਕੱਖ ਨਹੀਂ, ਉਹਨਾਂ ਨੇ ਕਲੋਜ਼ਰ ਰਿਪੋਰਟ ਲਾਤੀ। ਅੱਛਾ, ਇੱਕ ਇਹਦੇ ਵਿੱਚ ਜਸਟਿਸ ਕਾਟਜੂ ਹੋਰਾਂ ਦੇ ਕਮਿਸ਼ਨ ਦੀ ਵੀ ਰਿਪੋਰਟ ਆਈ ਸੀ, ਉਹਨੂੰ ਤਾਂ ਕਿਹਨੇ ਮਨਜ਼ੂਰ ਕਰਨਾ ਸੀ, ਉਹ ਤਾਂ ਬਹੁਤ ਸਟ੍ਰੇਟ ਫਾਰਵਰਡ ਨੇ। ਫਿਰ ਸਵਾਲ ਇਹ ਆ ਕੁਲਵੰਤ ਸਿੰਘ ਜੀ ਕਿ ਕਾਨੂੰਨ ਕੋਈ ਹੈ, ਖਾਸ ਤੌਰ ਦੇ ਉੱਤੇ ਉਹ ਲੋਕ ਜਿਹੜੇ ਕਿ ਸੱਤਾ ਦੇ ਵਿੱਚ ਇੰਨੀ ਦੇਰ ਰਹੇ ਆ, ਉਹ ਕਿਹੜੇ ਤਰੀਕੇ ਦੇ ਨਾਲ ਇਹ ਕਹਿੰਦੇ ਆ ਕਿ ਮਤਲਬ ਕਿ ਅਸੀਂ ਤਾਂ ਕੱਛਾਂ ਵਜਾ ਰਹੇ, ਅਸੀਂ ਤਾਂ ਬਰੀ ਹੋ ਗਏ। ਬਰੀ ਦੇਖੋ, ਅਦਾਲਤ ਦੇ ਵਿੱਚ ਜਾਂਦਾ, ਅਦਾਲਤ ਬਰੀ ਕਰਦੇ ਉਹਦੇ 'ਚ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਉਹਦੇ ਉੱਤੇ। ਇਹ ਟਰਾਇਲ ਨਹੀਂ ਸੀਗਾ, ਇੱਥੇ ਇਹ ਨਾ ਬੋਲੋ ਜੀ, ਇਹ ਟਰਾਇਲ ਨਹੀਂ ਸੀਗਾ, ਇਹ ਕੁਝ ਟੈਕਨੀਕਲੀ ਇਹਦੇ ਵਿੱਚ ਹੋਤਾ, ਕਿਉਂਕਿ ਜਿੰਨੀ ਦੇਰ ਤੱਕ ਉਹ ਆ ਨਹੀਂ ਜਾਂਦਾ ਆਪਾਂ ਉਨੀ ਦੇਰ ਤੱਕ ਉਹ ਗੱਲ ਨਹੀਂ ਕਰ ਸਕਦੇ ਕਿ ਟੈਕਨੀਕਲੀ ਕੀ ਹੋਣਗੇ, ਜੱਜ ਸਾਹਿਬ ਦੇ ਕੀ ਦਿਮਾਗ ਦੇ ਵਿੱਚ ਆ, ਕੀ ਉਹਨਾਂ ਨੇ ਆਧਾਰ ਬਣਾਇਆ, ਇਹ ਉਹਨਾਂ ਦੇ ਫੈਸਲੇ ਦੇ ਵਿੱਚੋਂ ਪਤਾ ਲੱਗੂਗਾ। ਪਰ ਇੱਕ ਗੱਲ ਤਾਂ ਜਿਹੜੀ ਵੱਡੀ ਹੈ ਨਾ, ਜਿਹੜੇ ਇਹ ਧਮੱਚੜ ਪਾ ਰਹੇ ਨੇ, ਇਹ ਕੋਈ ਟਰਾਇਲ ਦੇ ਵਿੱਚੋਂ ਬਰੀ ਥੋੜੀ ਹੋਇਆ ਜੀ, ਨਾ FIR ਰੱਦ ਹੋਈਆਂ ਨੇ, ਇਹ ਵੀ ਹੈ, FIR ਰੱਦ ਨਹੀਂ ਹੋਈ ਕੋਈ, ਠੀਕ ਹੈ ਨਾ ਜੀ, ਜਾਂਚ ਰੱਦ ਹੋਈ ਹੈ ਨਾ, ਹਾਂ, FIR ਤਾਂ ਸਟੈਂਡ ਕਰਦੀਆਂ ਨੇ, ਉੱਥੇ ਸਟੈਂਡ ਕਰਨੀ ਹੈ। ਔਰ ਇਹ ਆ ਕਿ ਆਈ ਥਿੰਕ ਇਹ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਕੁਲਵੰਤ ਸਿੰਘ ਜੀ ਖੜਾ ਹੋ ਜਾਊਗਾ ਕਿ ਫਿਰ ਆਉਣ ਵਾਲੇ ਸਮੇਂ ਦੇ ਦੌਰਾਨ ਕੀ ਕੋਈ ਜਿਹੜਾ ਰਾਜਨੀਤਿਕ ਵਿਅਕਤੀ ਆ ਕਿਸੇ ਜਗ੍ਹਾ ਦੇ ਉੱਤੇ ਸ਼ਾਮਲ ਹੋ ਗਿਆ, ਉਹਨੂੰ ਇੱਕ ਕਿਸਮ ਦੇ ਨਾਲ ਇਹ ਗ੍ਰੀਨ ਸਿਗਨਲ ਹੋ ਗਿਆ ਵੀ ਉਹਨੂੰ ਕੁਛ ਨਹੀਂ ਹੋਊਗਾ, ਉਹਦਾ ਕੁਛ ਨਹੀਂ ਵਿਗਾੜਿਆ ਜਾ ਸਕੂ। ਅੱਛਾ ਪੰਨੂ ਸਾਹਿਬ, ਇੱਕ ਜਿਹੜੀ ਚੀਜ਼ ਹੈ, ਜਿਸ ਤਰ੍ਹਾਂ ਹੁਣ ਇੰਨਾ ਕੁਛ ਹੋਇਆ, ਨਾ ਤਾਂ ਪੰਜਾਬ ਸਰਕਾਰ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਜਾਂਚ ਰਿਪੋਰਟ ਦੇ ਉੱਤੇ ਹਸਤਾਖਰ ਨਹੀਂ ਕੀਤੇ ਉਹਨਾਂ ਦੀ ਕੋਈ ਜਵਾਬ ਤਲਬੀ ਕੀਤੀ ਹੈ, ਨਾ ਉਸ ਵੇਲੇ ਉਹਨਾਂ 'ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਇੱਥੋਂ ਜਾ ਕੇ ਹਸਤਾਖਰ ਕਰਕੇ ਉੱਥੇ ਹਲਫੀਆ ਬਿਆਨ ਦੇ ਕੇ ਆਓ। ਸਿਰਫ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਹਲਫੀਆ ਬਿਆਨ ਦਿੰਦੇ ਨੇ। ਜਦੋਂ ਇਹ ਸਾਰਾ ਮਾਮਲਾ ਹੋ ਜਾਂਦਾ, ਰੱਦ ਹੋ ਜਾਂਦੀ ਹੈ ਜਾਂਚ ਰਿਪੋਰਟ, ਇਹਦੇ ਬਾਵਜੂਦ ਵੀ ਹੁਣ ਵੀ ਜਿਹੜੀ ਸਰਕਾਰ ਚੁੱਪ ਹੈ ਅਤੇ ਉਹ ਜਿਹੜੇ ਅਧਿਕਾਰੀਆਂ ਨੇ ਹਸਤਾਖਰ ਨਹੀਂ ਕੀਤੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ। ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੀੜਿਤ ਹੁੰਦੇ ਨੇ, DGP ਨੂੰ ਲਿਖ ਕੇ ਦਿੰਦੇ ਨੇ, ਉਹ ਕਾਰਵਾਈ ਨਹੀਂ ਹੁੰਦੀ, ਨਾ ਤਾਂ ਉਹਦੇ 'ਤੇ IPS ਲੌਬੀ ਬੋਲਦੀ ਹੈ, ਉਹ ਬਿਲਕੁਲ ਚੁੱਪ ਰਹਿੰਦੀ ਹੈ। ਅਤੇ ਦੂਜੇ ਪਾਸੇ ਜਦੋਂ ਜਾਂਚ ਰਿਪੋਰਟ ਰੱਦ ਹੋ ਜਾਂਦੀ ਹੈ ਅਤੇ ਉਦੋਂ ਨਾ SGPC ਅਤੇ ਨਾ ਜਿਹੜੀਆਂ ਇਹਨਾਂ ਦੇ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਨਾ ਪੰਥਪ੍ਰੀਤ ਅਤੇ ਨਾ ਆਪਣਾ ਜਿਹੜੇ ਢੱਡਰੀਆਂ ਵਾਲੇ, ਇਹ ਕੋਈ ਵੀ ਨਹੀਂ ਬੋਲਦੇ। ਇਹ ਸਾਰੇ ਲੋਕ ਉਸ ਵੇਲੇ ਜਿਹੜੀ ਉੱਥੇ ਗੋਲੀਕਾਂਡ ਜਦੋਂ ਵਾਪਰਿਆ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਸਾਰਿਆਂ ਨੇ ਜਾ ਕੇ ਉੱਥੇ ਧਰਨੇ ਲਾਏ, ਉੱਥੇ ਮੰਗ ਕੀਤੀ, ਪਰ ਅੱਜ ਜਦੋਂ ਐਡੀ ਵੱਡੀ ਘਟਨਾ ਬੀਤ ਜਾਂਦੀ ਹੈ ਤਾਂ ਉਦੋਂ ਸਾਰੇ ਚੁੱਪ ਨੇ। ਬਿਲਕੁਲ, ਦੇਖੋ ਜਿਹੜੇ ਤਾਂ ਆਫਿਸਰਸ ਦੀ ਨਾ ਪੁੱਛ ਗਿੱਛ ਹੋਣੀ, ਸਿੱਟ CM ਬਣਾਉਂਦੇ ਨੇ, ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲੇ ਆ, ਉਹਨਾਂ ਦੇ ਅੰਡਰ ਆਉਂਦਾ। ਇਹ ਤੁਹਾਡਾ ਪੁਆਇੰਟ ਬਿਲਕੁਲ ਵਾਜਬ ਹੈ ਕਿ ਉਹਨਾਂ ਅਫਸਰਾਂ ਦੀ ਕਿਉਂ ਨਹੀਂ ਪੁੱਛਗਿੱਛ ਹੋਈ, ਕਿ ਉਹਨਾਂ ਨੇ ਇਹਦੇ ਉੱਤੇ ਸਾਈਨ ਕਿਉਂ ਨਹੀਂ ਕੀਤੇ, ਜਾਂ ਕੀ ਰੀਜ਼ਨ ਸੀਗਾ ਕਿ ਉਸ ਸਿੱਟ ਤੋਂ ਪਿੱਛੇ ਹਟੇ। ਇਟ ਮੀਨਸ ਕਿ ਆਫਿਸਰ ਮੁੱਖ ਮੰਤਰੀ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ, ਉਹਨਾਂ ਦਾ ਵੀ ਹੁਕਮ ਮੰਨਣ ਤੋਂ ਇਨਕਾਰੀ ਨੇ, ਵੀ ਉਹ ਨਹੀਂ ਜਿਹੜਾ ਉਹ ਮੰਨਦੇ। ਇਹ ਟੈਕਨੀਕਲੀ ਪੁਆਇੰਟ, ਇਹਦਾ ਜਵਾਬ ਤਾਂ CM ਸਾਹਿਬ ਨੂੰ ਜਿਹੜਾ ਜੀ ਉਹ ਦੇਣਾ ਬਣਦਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ, ਇਹ ਮੇਰਾ ਖਿਆਲ ਇਦੋਂ ਵੀ ਜ਼ਿਆਦਾ ਗੰਭੀਰ ਜਿਹੜਾ ਵਿਸ਼ਾ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਤੁਸੀਂ ਗੱਲ ਕੀਤੀ ਸੀ ਵੀ ਸਿਆਸਤ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ। ਇਹ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਸੀਗੇ ਪਹਿਲਾਂ ਪ੍ਰਧਾਨ, ਹਾਂ, ਤੇ ਹੁਣ ਜਿਹੜੇ ਜਗੀਰ ਕੌਰ ਹੁਰੀ ਨੇ, ਇਹ ਦੋਨੋਂ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਨੇ, ਤੇ ਇਸ ਕਰਕੇ ਰਾਜਨੀਤੀ ਤਾਂ ਹਾਵੀ ਹੈ ਜੀ। ਲੌਂਗੋਵਾਲ ਸਾਹਿਬ ਉਹਨਾਂ ਦਾ ਸਰਸੇ ਵਾਲਾ ਰਾਜਨੀਤੀ, ਹਾਂ, ਉਹ ਤਾਂ ਬਹੁਤ ਕੁਝ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲੱਗਦੇ ਰਹੇ ਨੇ। ਜਾ ਕੇ ਵੋਟਾਂ ਮੰਗਣ ਗਏ ਸੀ, ਉਦੋਂ ਪਤਾ ਹੀ ਆ, ਸਾਰੇ ਗਏ ਸੀਗੇ, ਮੁੜ ਕੇ ਤਾਈਓ ਤਾਂ ਅਕਾਲ ਤਖਤ ਤੇ ਫਿਰਦੇ ਸੀਗੇ। ਅੱਛਾ, ਹੁਣ ਉਹਦੇ ਵਿੱਚ ਸਤਕਾਰ ਕਮੇਟੀ ਕਿੱਥੇ ਹੈ ਜੀ, ਜਿਹੜੀ ਡਾਂਗਾ ਲੈ ਕੇ ਕਿਸੇ ਵੀ ਵਿਅਕਤੀ ਨੂੰ, ਹਾਂ, ਉਹਨੂੰ ਕੁੱਟਣ ਮਾਰਨ ਤੁਰ ਪੈਂਦੀ ਹੈ। ਕਹਿੰਦੇ ਜੀ ਇਹਨੇ ਘਰੇ ਆਪਣੇ ਪੁਰਾਤਨ ਬੀੜ ਕਿਉਂ ਰੱਖੀ ਹੋਈ ਆ, ਉਹ ਕਿੰਨਿਆਂ ਦੇ ਬੀੜਾ ਚੁੱਕ ਕੇ ਲਿਆਏ ਜੀ। ਕੀ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਚੋਰੀ ਕੀਤੀ ਗਈ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਸੀਗਾ? ਜਾਂ ਉਹਦੀ ਜਿਹੜੀ ਜਾਂਚ ਕਰ ਰਹੇ ਆਫੀਸਰ ਜਿਹੜਾ ਪੰਜਾਬ ਦੇ ਵਿੱਚ ਇਹ ਕਵੇ ਕਿ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ, ਇਸ ਮਾਮਲੇ ਦੇ ਉੱਤੇ ਸਾਰੇ ਹੀ ਚੁੱਪ ਵੱਟ ਜਾਣ? ਉਹ ਨਿਹੰਗ ਜਥੇਬੰਦੀਆਂ ਜਿਹੜੀਆਂ ਇੰਨੀਆਂ, ਉਹ ਕਿੱਥੇ ਨੇ ਜੀ? ਸਤਕਾਰ ਕਮੇਟੀ ਕਿੱਥੇ ਆ? SGPC ਕਿੱਥੇ ਆ? ਸੰਤ ਸਮਾਜ ਕਿੱਥੇ ਆ? ਠੀਕ ਹੈ ਨਾ ਜੀ। ਹਾਂ, ਦਮਦਮੀ ਟਕਸਾਲ ਵੱਡੀ, ਉਹ ਕਿੱਥੇ ਨੇ ਜੀ? ਉਹ ਕੋਈ ਨਹੀਂ ਬੋਲ ਰਿਹਾ। ਪੰਥਪ੍ਰੀਤ ਸਿੰਘ ਹੋਰੀ, ਰਣਜੀਤ ਸਿੰਘ ਢੱਡਰੀਆਂ ਵਾਲੇ, ਸਾਰੇ ਇਹ ਜਿਹੜੇ ਧਿਆਨ ਸਿੰਘ ਮੰਡ, ਉਹ ਕਿੱਥੇ ਨੇ ਜੀ? ਇਹ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਲੋਕ ਵੜ ਗਏ ਨੇ? ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ, ਉਹਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਦਾ ਮੁੱਦਾ ਹੈ। ਪੰਜਾਬ ਦੇ ਵਿੱਚ ਕਿਸੇ ਦੂਜੇ ਸੂਬੇ ਦੇ ਵਿੱਚ ਹੋਇਆ ਹੁੰਦਾ ਨਾ, ਜਿੱਥੇ ਅਸੀਂ ਘੱਟ ਗਿਣਤੀ ਆ, ਤੇ ਗੱਲ ਇਹ ਸਮਝ ਆਉਂਦੀ ਸੀਗੀ, ਫਿਰ ਤਾਂ ਚੁੱਪ ਕਰਕੇ ਸਾਡੇ ਕੋਲੇ ਇੱਕ ਸਿੰਪਲ ਜਿਹਾ ਫੰਡਾ ਹੁੰਦਾ, RSS ਦੇ ਉੱਤੇ ਸੁੱਟ ਦਿਓ, ਠੀਕ ਹੈ ਨਾ ਜੀ। ਇੱਥੇ ਹੁਣ ਤੁਸੀਂ ਕਿਹਦੇ ਉੱਤੇ ਸੁੱਟੋਗੇ ਜੀ? ਇੱਥੇ ਤੁਸੀਂ RSS ਨੂੰ ਇਹਦਾ ਦੋਸ਼ੀ ਗਰਦਾਨੋਗੇ ਕਿ ਕਿਹਨੇ ਕੀਤੀ? ਮੈਂ ਤਾਂ ਕਹਿੰਦਾ ਵੀ ਸਾਨੂੰ ਇਹ ਤਾਂ ਪਤਾ ਲੱਗੇ ਕੌਣ ਸੀ ਲੋਕ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ। ਤੁਸੀਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਮੰਨ ਲਓ, ਤੁਸੀਂ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਮੰਨ ਲਓ, ਇਹ ਸਿੱਟ ਦੀ ਮੰਨ ਲਓ, ਕੋਈ ਤਾਂ ਮੰਨੋ। ਤੁਸੀਂ ਕੁਝ ਵੀ ਮੰਨਣ ਦੇ ਵਾਸਤੇ ਤਿਆਰ ਨੇਗੇ ਕਿ ਨਹੀਂ, ਅਸੀਂ ਕਿਸੇ ਚੀਜ਼ ਨੂੰ ਮੰਨਦੇ ਹੀ ਨਹੀਂ। ਫਿਰ ਕਾਨੂੰਨ ਕਿੱਥੇ ਆ? ਉਹ ਕੌਣ ਲੋਕ ਸੀਗੇ ਜਿਨ੍ਹਾਂ ਨੇ ਚੋਰੀ ਕੀਤਾ ਜੂਨ 2015 ਦੇ ਵਿੱਚ 1 ਤਰੀਕ ਨੂੰ, ਔਰ ਉਹ ਪੋਸਟਰ ਲਾ ਕੇ ਬੈਠੇ ਰਹੇ, ਸਾਡੇ ਕੋਲੇ ਆ, ਜੇ ਛੁਡਾ ਸਕਦੇ ਹੋ ਤਾਂ ਛੁਡਾ ਲਓ, ਨਹੀਂ ਤਾਂ ਫਿਰ ਜੋ ਅਸੀਂ ਚਾਹਾਂਗੇ ਕਰਾਂਗੇ। ਉਹ ਉਹਨਾਂ ਨੇ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਨੇ, ਉਹਨਾਂ ਨੂੰ ਅੰਗ ਕਿਉਂ ਕਿਹਾ ਜਾਂਦਾ? ਕਿ ਉਹ ਹਾਜ਼ਰ ਨਾਜ਼ਰ ਹੈ। ਸੁਪਰੀਮ ਕੋਰਟ ਦਾ ਫੈਸਲਾ ਹੈ, ਜਿਹੜੀ ਜਾਇਦਾਦ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋ ਸਕਦੀ ਹੈ। ਜਿਹੜੀ ਜਾਇਦਾਦ ਜਦੋਂ ਕਿਸੇ ਨਾਂ ਹੁੰਦੀ, ਉਹ ਹਾਜ਼ਰ ਨਾਜ਼ਰ ਤੇ ਹੁੰਦੀ ਹੈ ਨਾ। ਜਿਹੜਾ ਜਿਉਂਦੀ ਜਾਗਦੀ ਹੈ, ਉਹ ਜਿਉਂਦੀ ਜਾਗਦੀ, ਤਾਂ ਕਰਕੇ ਉਹਦੇ ਅੰਗ ਜਿਹੜੇ ਉਹ ਖਿਲਾਰੇ ਗਏ। ਇਹ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ, ਅੱਜ ਜੇ ਤੁਸੀਂ ਚੁੱਪ ਰਹੇ, ਇਹ ਠੀਕ ਹੈ, ਅਸੀਂ ਬੋਲ ਰਹੇ ਹਾਂ, ਬਹੁਤ ਸਾਰੇ ਕਹਿੰਦੇ ਨੇ ਕੁਲਵੰਤ ਸਿੰਘ ਜੀ, ਮਤਲਬ ਕਿ ਉਹ ਹੋ ਸਕਦਾ, ਆਹ ਹੋ ਸਕਦਾ, ਹੋ ਜੇ। ਘੱਟੋ ਘੱਟ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ, ਉਹ ਇਹ ਤਾਂ ਨਾ ਕਹਿਣਗੀਆਂ ਵੀ ਤੁਸੀਂ ਮੂੰਹ 'ਚ ਘੁੰਗੜੀਆਂ ਪਾ ਕੇ ਉਦੋਂ ਬੈਠੇ ਸੀ, ਤੁਸੀਂ ਬੋਲੇ ਨਾ, ਤੁਸੀਂ ਗੱਲ ਨਾ ਕੀਤੀ, ਕਿ ਜਿਹਨੂੰ ਤੁਸੀਂ ਪਿਓ ਕਹਿੰਦੇ ਸੀਗੇ ਉਹ ਤੁਹਾਡਾ ਰੂੜੀਆਂ ਦੇ ਉੱਤੇ ਰੋਲ ਦਿੱਤਾ, ਉਹ ਨਾਲੀਆਂ ਦੇ ਵਿੱਚ ਰੋਲ ਦਿੱਤਾ, ਔਰ ਤੁਸੀਂ ਚੁੱਪ ਕਰਕੇ ਉਹਨੂੰ ਡਿਫੈਂਡ ਕਰਦੇ ਰਹੇ। ਨਹੀਂ, ਇਹ ਕੁਝ ਨਹੀਂ ਹੋਇਆ। ਮੈਂ ਅੱਗੇ ਵੀ ਗੱਲ ਕੀਤੀ ਸੀ, ਸਟਾਇਰ ਦੇ ਰੂਪ 'ਚ ਕੀਤੀ ਸੀ, ਵੀ ਹੋਊਗਾ ਇਹੀ ਆਉਣ ਵਾਲੇ ਸਮੇਂ ਦੇ ਵਿੱਚ। ਇਹ ਕਹਿ ਦਿੱਤਾ ਜਾਊਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਦੀ ਹੋਈ ਹੋਈ ਨਹੀਂ। ਪਰ ਇਹਦੇ ਨਾਲ ਜਿਹੜੀ ਆਪਾਂ ਇੱਕ ਸਵਾਲ ਹੋਰ ਰਹਿ ਗਿਆ ਕਿ IPS ਲੌਬੀ ਕਿਉਂ ਚੁੱਪ ਹੈ? ਕਿਉਂਕਿ ਉਹਨਾਂ ਦਾ ਇੱਕ IPS ਪੀੜਿਤ ਹੋਇਆ, ਤੇ ਦੂਜੀ ਗੱਲ ਇਹ ਹੈ ਕਿ IPS ਇੰਨਾ ਕੁ ਪੀੜਿਤ ਹੋਇਆ ਕਿ ਉਹ IPS ਨੂੰ ਆਪਣਾ ਜਿਹੜਾ ਅਸਤੀਫਾ ਤੱਕ ਦੇਣਾ ਪੈ ਗਿਆ, ਤੇ ਬਾਕੀ ਦੇ IPS ਜਿਹੜੇ ਇਮਾਨਦਾਰ ਲੌਬੀ ਹੋਏਗੀ, ਉਹਨਾਂ ਦੇ ਵਿੱਚ ਜਿਹੜਾ ਉਹ ਇੱਕ ਸਹਿਮ ਦਾ ਮਾਹੌਲ ਹੈ। ਇਹ ਕਿਉਂ ਚੁੱਪ ਹੈ? ਦੇਖੋ, ਮੇਰਾ ਖਿਆਲ ਸ਼ਾਇਦ ਹੋ ਸਕਦਾ ਕਿ ਧੜੇਬੰਦੀਆਂ ਹੋਣ, ਜਾਂ ਜਿਸ ਕਿਸਮ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨੇ, ਉਹ ਸਟੇਟ ਫਾਰਵਰਡ ਨੇ ਬਹੁਤ, ਉਹ ਜਿਹੜੀ ਗੱਲ ਠਾਹ ਕਰਦੀ ਕਹਿ ਦਿੰਦੇ ਆ। ਜਿਹੜੀਆਂ ਇਹ ਲੌਬੀ ਨੇ, ਚਾਹੇ IAS ਲੌਬੀ ਹੈ, ਚਾਹੇ IPS ਲੌਬੀ ਹੈ, ਇਹ ਓਪਨਲੀ ਕਦੀ ਵੀ ਤੁਸੀਂ ਖੁੱਲ੍ਹ ਕੇ ਸਾਹਮਣੇ ਆ ਕੇ ਨਹੀਂ ਤੁਸੀਂ ਇਹ ਦੇਖੋਗੇ। ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਜੀ, ਉਹ ਕੁਲਵੰਤ ਸਿੰਘ ਜੀ, ਉਹ ਹੋਰ ਤਰੀਕੇ ਦਾ। ਉਹ ਫਿਰ ਜਦੋਂ ਇੱਦਾਂ ਦੀ ਕੋਈ ਗੱਲ ਆਉਂਦੀ ਹੈ, ਸਿਆਸੀ ਪਾਰਟੀ ਖਾਸ ਤੌਰ ਦੇ ਉੱਤੇ ਜਿੱਥੇ ਪਰੇਸ਼ਾਨੀ ਦਿੰਦੀ ਆ, ਫਿਰ ਉਹ ਸਿਆਸੀ ਪਾਰਟੀ ਨੂੰ ਹਰਾਉਣ ਦੇ ਵਾਸਤੇ ਕੰਮ ਉਹ ਲੌਬੀ ਜਿਹੜੀਆਂ ਉਹ ਕਰਦੀਆਂ ਨੇ। ਅਕਸਰ ਆਪਾਂ ਇਹ ਗੱਲ ਦੇਖੀ ਹੈ ਜੀ, ਚਾਹੇ ਉਹ ਸੂਬੇ ਦੀ ਰਾਜਨੀਤੀ ਹੈ, ਚਾਹੇ ਉਹ ਮੁਲਕ ਦੀ ਜਿਹੜੀ ਉਹ ਰਾਜਨੀਤੀ ਹੈ। ਤਾਂ ਕਰਕੇ ਇਹ ਕਿਹਾ ਜਾਂਦਾ ਨਾ ਕਿ ਇਹ ਜਿਹੜੀ ਲੌਬੀ ਆ, ਉਹਦੇ ਕੰਮ ਕਰਨ ਦਾ ਤਰੀਕਾ ਵੱਖਰਾ ਜੀ। ਇਹ ਜਿੰਦਾਬਾਦ ਮੁਰਦਾਬਾਦ ਨਹੀਂ ਕਰਦੇ, ਇਹ ਝੰਡੇ ਲੈ ਕੇ ਨਹੀਂ ਸੜਕ ਦੇ ਉੱਤੇ, ਹਾਂ ਬਿਲਕੁਲ, ਇਹ ਹੋਰ ਤਰੀਕੇ ਨਾਲ ਕੰਮ ਕਰਦੇ ਆ। ਆਈ ਥਿੰਕ ਹਿਲਜੁਲ ਤਾਂ ਜਿਹੜੀ ਉਹ ਅੰਦਰ ਖਾਤੇ ਜ਼ਰੂਰ ਹੋਊਗੀ IPS ਲੌਬੀ ਦੇ ਵਿੱਚ ਵੀ, ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਅਸਤੀਫਾ ਦੇਣਾ ਪੈ ਰਿਹਾ। ਆਈ ਥਿੰਕ ਇਸ ਤਰ੍ਹਾਂ ਦਾ ਆਫੀਸਰ, ਜਾਂ ਇਸ ਤਰ੍ਹਾਂ ਦੇ ਆਫੀਸਰ ਜਿੰਨੇ ਨੇ, ਉਹ ਰਹਿਣੇ ਚਾਹੀਦੇ ਨੇ, ਕਿਉਂਕਿ ਇੱਕ ਆਸ ਤਾਂ ਜਿਹੜੀ ਉਹ ਜਗਦੀ ਰਹਿੰਦੀ ਹੈ ਨਾ ਕਿ ਇਨਸਾਫ ਮਿਲੂਗਾ। ਮਤਲਬ ਕਿ ਚਾਹੇ ਤੁਸੀਂ ਦੇਖੋ ਜਿੰਨਾ ਮਰਜ਼ੀ ਪਿੱਛੇ ਤੁਸੀਂ ਚੱਲ ਜਾਓ, ਕਿਡਨੀ ਕਾਂਡ ਹੋਇਆ ਸੀਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਨਾ, ਹਾਂ, ਤਾਂ ਉਹਨਾਂ ਦੀ ਇਨਵੈਸਟੀਗੇਸ਼ਨ ਕਿਹਨੇ ਕੀਤੀ? ਉਹਨੂੰ ਕਿੱਥੋਂ ਤੱਕ ਜਿਹੜਾ ਜੀ ਇਹ ਲੈ ਕੇ ਗਏ। ਅੱਛਾ, ਇੱਕ ਹੁਣ ਸਵਾਲ ਜਿਹੜਾ ਜਨਤਾ ਦੇ ਦਿਮਾਗ ਦੇ ਵਿੱਚ ਇੱਕ ਵੱਡਾ ਹੈਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਦੇਣ ਜਾ ਰਹੇ ਨੇ,
ਤੇ ਅਸਤੀਫਾ ਉਹਨਾਂ ਦਾ ਮਨਜ਼ੂਰ ਹੁੰਦਾ, ਚਲੋ ਇਹ ਗੱਲ ਵੱਖਰੀ ਹੈਗੀ ਹੈ। ਪਰ ਸਵਾਲ ਇਹ ਹੈ ਕਿ ਕੀ ਇੱਕ ਜਿਹੜਾ ਰੌਲਾ ਪੈ ਰਿਹਾ ਕਾਫੀ ਕਿ ਉਹ ਸਿਆਸਤ 'ਚ ਆ ਜਾਣਗੇ ਜੀ, ਕਿ ਤੇ ਆਪਣਾ ਨਵਜੋਤ ਕੌਰ ਸਿੱਧੂ ਨੇ ਤਾਂ ਇੱਥੇ ਤੱਕ ਕਹਿਤਾ ਕਿ ਉਹ ਗ੍ਰਹਿ ਮੰਤਰੀ ਦੇ ਲਈ ਜਿਹੜੇ ਬੜੇ ਫਿੱਟ ਕੈਂਡੀਡੇਟ ਨੇ, ਭਾਵੇਂ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਜਿਹੜਾ ਉਹਦੇ ਚੁੰਡੀ ਵੱਡੀ ਹੈ, ਸਿਆਸੀ ਚੁੰਡੀ ਵੱਡੀ ਹੈ ਕਿ ਇਹ ਉਹਨਾਂ ਦੀ ਮਹਿਕਮਾ ਸੰਭਾਲਣ ਦੀ ਜਿਹੜੀ ਕਾਬਲੀਅਤ ਨਹੀਂ, ਇਹਨਾਂ ਨੂੰ ਦੇ ਦਿਓ ਤੁਸੀਂ। ਪਰ ਕੀ ਉਹ ਸਿਆਸਤ 'ਚ ਜਾਣਗੇ ਜਾਂ ਫਿਰ ਉਹ ਜਿਸ ਤਰ੍ਹਾਂ ਦੇ ਉਹਨਾਂ ਕੋਲ ਕਾਬਲੀਅਤ ਹੈਗੀ ਆ ਵੀ ਵਕਾਲਤ ਦੀ, ਉਹਨਾਂ ਕੋਲ ਵਕੀਲ ਨੇ ਬੜੇ ਜ਼ਬਰਦਸਤ, ਕੀ ਉਹ ਵਕਾਲਤ 'ਚ ਜਾਣਗੇ? ਤੇ ਜੇ ਵਕਾਲਤ 'ਚ ਜਾਣਗੇ ਤਾਂ ਆਪਾਂ ਕੀ ਬੇਦਬੀ ਵਾਲਾ ਹੀ ਕੇਸ ਲੜਨਗੇ ਜਾਂ ਫਿਰ ਕੁਝ ਹੋਰ ਅੱਗੇ ਨਵਾਂ ਧਮਾਕਾ ਹੋਏਗਾ? ਦੇਖੋ ਅਜੇ ਤਾਂ ਇਹ ਤਾਂ ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਵੀ ਉਹਨਾਂ ਨੇ ਸਿਆਸਤ ਜਾਣਾ ਜਾਂ ਨਹੀਂ ਜਾਣਾ। ਇਹ ਤਾਂ ਹਰੇਕ ਬੰਦੇ ਦੀ ਇੱਕ ਚੋਇਸ ਆ। ਜੇ ਕੋਈ ਜਾਣਾ ਚਾਹੁੰਦਾ ਤੇ ਉਹਨੂੰ ਰੋਕਿਆ ਨਹੀਂ ਜਾ ਸਕਦਾ, ਕੋਈ ਨਹੀਂ ਜਾਣਾ ਚਾਹੁੰਦਾ ਤੇ ਧੱਕੇ ਨਾਲ ਲਿਆਂਦਾ ਨਹੀਂ ਜਾ ਸਕਦਾ। ਮਰਜ਼ੀ ਦੇ ਉਹ ਮਾਲਕ ਨੇ, ਆਉਣਾ ਵੀ ਚਾਹੁਣ ਤੇ ਮੇਰੀ ਜਾਚੇ ਤਾਂ ਇਹ ਹੈ ਜੀ ਕਿ ਕਿਉਂ ਨਹੀਂ, ਸਿਆਸਤ ਦੇ ਵਿੱਚ ਆਉਣੇ ਚਾਹੀਦੇ ਆ ਚੰਗੇ ਲੋਕ ਵੀ। ਪਰ ਇਹ ਵੀ ਹੈ ਸਿਆਸਤ ਦੇ ਵਿੱਚ ਇੱਕ ਗੱਲ ਤੁਸੀਂ ਧਿਆਨ 'ਚ ਰੱਖਣੀ ਕਿ ਜਿਹੜੇ ਸਟ੍ਰੇਟ ਫਾਰਵਰਡ ਲੋਕ ਨੇ, ਮੂੰਹ ਫੱਟ ਲੋਕ ਨੇ, ਉਹ ਕਾਮਯਾਬ ਨਹੀਂ ਹੁੰਦੇ ਸਿਆਸਤ ਦੇ ਵਿੱਚ ਕਦੀ ਵੀ, ਕਿਉਂਕਿ ਸਿਆਸਤ ਜਿਹੜੀ ਆ ਉਹ ਤਾਂ ਚਿੱਕੜ ਸੁੱਟਦੀ ਹੈ। ਹਾਂ, ਉਹ ਤਾਂ ਹੋਰ ਕਿਸਮ ਦੀ ਆ। ਮੈਨੂੰ ਨਹੀਂ ਲੱਗਦਾ ਕਿ ਸਿਆਸਤ ਜਿਹੜੀ ਉਹਨਾਂ ਦੇ ਵਾਸਤੇ ਇੱਕ ਸਹੀ ਜਿਹੜਾ ਦੀ ਉਹ ਰਾਹ ਹੋਊਗਾ। ਸਾਹਿਬ ਤੋਂ ਜਿਹੜਾ ਉਦਾਹਰਨ ਲਿਆ ਜਾ ਸਕਦਾ, ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹੜੇ ਇਹੋ ਜਿਹੇ ਲੋਕ ਜਦੋਂ ਸਿਆਸਤ ਦੇ ਵਿੱਚ ਆਏ ਉਹ ਫਲੋਪ ਹੋ ਕੇ ਜਿਹੜਾ ਉਹ ਗਏ। ਹਾਂ, ਕਿਉਂਕਿ ਉਹ ਟੌਪਰ ਨੇ ਜਿਹੜੇ ਲਾਅ ਦੇ, ਤੇ ਜੇ ਉਹ ਲਾਅ ਦੇ ਵਿੱਚ ਆਉਂਦੇ ਆ, ਮੇਰੀ ਜਾਚੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨਗੇ ਜੇ ਉਹਨਾਂ ਨੇ ਕੀਤੀ, ਤੇ ਇੱਕ ਚੰਗੀ ਗੱਲ ਜਿਹੜੀ ਦੀ ਉਹ ਹੋਊਗੀ ਕਿ ਉਹੋ ਜਿਹਾ ਵਕੀਲ ਜਿਹੜਾ ਆਉਣਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਦੇਖੋ ਉਹਦੇ ਵਿੱਚ ਜਿਹੜਾ ਇਸਤਗਾਸਾ ਫਾਈਲ ਹੋ ਸਕਦਾ, ਕਿਉਂਕਿ ਇਹ ਤਾਂ ਚਲਾਨ ਉਹ ਨੇ, ਕਿਉਂਕਿ ਇਨਵੈਸਟੀਗੇਸ਼ਨ ਥਰੂ ਆਊਟ ਸਾਰੀ ਉਹਨਾਂ ਨੇ ਕੀਤੀ ਹੈ। ਬਹੁਤ ਸਾਰੀਆਂ ਉਹਨਾਂ ਕੋਲ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਇਹਦੇ 'ਚ ਨਹੀਂ ਲੱਗੀਆਂ, ਜਿਹੜੀਆਂ ਕਿ ਉਹ ਕੱਲ੍ਹ ਨੂੰ ਲਿਆ ਸਕਦੇ ਆ। ਇਹਦੇ ਵਿੱਚ ਜਿਹੜੀਆਂ ਪੀੜਤ ਧਿਰਾਂ ਨੇ ਨਾ, ਜਿਹੜੀਆਂ ਖਾਸ ਤੌਰ ਦੇ ਉੱਤੇ 2 ਜਿਹੜੀਆਂ ਡੈਥ ਹੋਈਆਂ ਨੇ, ਉਹਨਾਂ ਦਾ ਰੋਲ ਮੇਰਾ ਖਿਆਲ ਉਹ ਬਹੁਤ ਵੱਡਾ ਰੋਲ ਰਹੂਗਾ। ਬੇਸ਼ੱਕ ਉਹਨਾਂ ਨੂੰ ਇਹ ਲੈ ਕੇ ਡਾਇਰੈਕਟਲੀ ਉਹਨਾਂ ਦੇ ਵਕੀਲ ਬਣ ਕੇ ਤਾਂ ਨਹੀਂ ਜਾ ਸਕਦੇ, ਕਿਉਂਕਿ ਇਹਦੇ ਵਿੱਚ ਇਹ ਧਿਰ ਨੇ, ਪਰ ਜੇ ਟੈਕਨੀਕਲੀ ਜਿਹੜਾ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਮਦਦ ਕੋਈ ਜਿਹੜਾ ਜੀ ਇਹ ਕਰਦੇ ਨੇ, ਤੇ ਮੇਰਾ ਖਿਆਲ ਇਹਨਾਂ ਤੋਂ ਬੈਟਰ ਕੋਈ ਵੀ ਜਿਹੜਾ ਉਹਨਾਂ ਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦਾ। ਇਹ ਹੁਣ ਉਹਨਾਂ ਦੇ ਉੱਤੇ ਨਿਰਭਰ ਹੈ। ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦਾ ਮੁੰਡਾ ਮੇਰਾ ਖਿਆਲ ਕਾਫੀ ਐਕਟਿਵ ਇਸ ਵੇਲੇ ਹੈ ਜੀ, ਉਹ ਇਸ ਮਾਮਲੇ ਨੂੰ ਅੱਗੇ ਲਿਜਾਊਗਾ। ਉਹ ਲਗਾਤਾਰ ਲੜਦਾ ਰਿਹਾ ਔਰ ਬਹੁਤ ਸਾਰੀਆਂ ਅੰਦਰੂਨੀ ਚੀਜ਼ਾਂ ਜਿਹੜੀਆਂ ਉਹ ਜਾਣਦਾ ਹੈ। ਇੱਕ ਇਹਦੇ ਨਾਲ ਹੁਣ ਇਹ ਆਪਾਂ ਜਿਹੜਾ ਬੜੀ ਹੈਰਾਨੀ ਹੋਈ ਆ, ਵਿਰਸਾ ਸਿੰਘ ਵਲਟੋਹਾ ਉਹਨਾਂ ਦਾ ਇੱਕ ਜਿਹੜਾ ਬਿਆਨ ਆ, ਉਹ ਬੜਾ ਦੁੱਖ ਲੱਗਿਆ ਉਹਨੂੰ ਸੁਣ ਕੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਸ਼ਖਸੀਅਤ ਦੇ ਉੱਤੇ ਹੀ ਉਹਨਾਂ ਨੇ ਹਮਲਾ ਕੀਤਾ ਕਿ ਇਹ ਬਿਹਾਰ ਤੋਂ ਆਇਆ ਇੱਕ ਭਈਆ ਤੇ ਉਹ ਸਾਡੇ ਤੇ ਸਵਾਲ ਖੜੇ ਕਰੇਗਾ, ਸਾਡੇ ਨਾਲ ਜਿਹੜੀ ਇਸ ਤਰ੍ਹਾਂ ਦੀ ਘਟਨਾ ਸਾਡੇ ਬਾਰੇ ਉੱਤੇ ਇਲਜ਼ਾਮ ਲਾਏਗਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਉਹ ਤਾਂ ਆਈ ਥਿੰਕ ਸੁਖਬੀਰ ਸਿੰਘ ਬਾਦਲ ਹੋਰੀ ਵੀ ਉਹ ਕਹੀ ਜਾਂਦੇ ਆ ਉਹਨਾਂ ਨੂੰ, ਜਿੰਨੇ ਉਹ ਹਮਲੇ ਕਰ ਰਹੇ ਆ, ਚਾਹੇ ਵਿਰਸਾ ਸਿੰਘ ਵਲਟੋਹਾ ਹੋਰੀ ਨੇ, ਚਾਹੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਜਿਹੜੇ ਨਾਲ ਦੇ, ਮੇਰੀ ਜਾਚੇ ਉਹਨਾਂ ਜ਼ਿਆਦਾ ਬਲ ਮਿਲ ਰਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਰਿਪੋਰਟ ਨੂੰ, ਕਿਉਂਕਿ ਤੁਸੀਂ ਕਿਸੇ ਦੇ ਉੱਤੇ ਖਿਜੋ ਖਪੋਗੇ ਕਿਉਂ ਜਿਹੜਾ, ਠੀਕ ਹੈ ਨਾ। ਜੇ ਹੁਣ ਆਪਾਂ ਜਿੰਨੀ ਆ ਗੱਲਬਾਤ ਕੀਤੀ ਆ, ਜੇ ਇਹਦੇ ਉੱਤੇ ਜਿਹੜੀ ਧਿਰ ਖਿਜੂ ਖਪੂਗੀ, ਇਟ ਮੀਨਸ ਕਿ ਉੱਥੇ ਜਾ ਕੇ ਲੱਗ ਗਈ ਗੱਲ, ਉਹਨਾਂ ਦੀ ਚੁੰਡੀ ਵੱਢੀ ਗਈ ਉੱਥੇ, ਠੀਕ ਹੈ ਨਾ ਜੀ। ਉਹਨਾਂ ਦੇ ਚੁੰਡੀ ਵੱਢੀ ਗਈ, ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਵੀ ਜਿਹੜੇ ਇਹ ਚਾਹੇ ਬੇਸ਼ੱਕ ਰੱਦ ਹੋ ਗਈ ਉੱਥੋਂ ਹਾਈ ਕੋਰਟ ਤੋਂ, ਤਾਂ ਵੀ ਉਹ ਇੰਨਾ ਟੱਪ ਕਿਉਂ ਰਹੇ ਆ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਉੱਤੇ, ਇੰਨੀਆਂ ਗੱਲਾਂ ਉਹ ਕਿਉਂ ਕਰ ਰਹੇ ਆ? ਇਹ ਕਹਿ ਦੇਣਾ ਜੋ ਵੀ ਤੁਸੀਂ ਗੱਲਾਂ, ਇਹ ਆਈ ਥਿੰਕ ਜਾਤੀ ਸੂਚਕ ਦੇ ਵਿੱਚ ਹੀ ਆ ਜਾਂਦਾ ਇੱਕ ਕਿਸਮ ਦੇ ਨਾਲ, ਠੀਕ ਹੈ ਨਾ ਜੀ। ਹਾਂ, ਤੁਸੀਂ ਮਤਲਬ ਕਿ ਠੇਕਾ ਲਿਆ ਹੋਇਆ ਇਸ ਚੀਜ਼ ਦਾ, ਤੁਸੀਂ 10ਵੇਂ ਪਾਤਸ਼ਾਹ ਦਾ ਠੇਕਾ ਲਿਆ ਹੋਇਆ, ਜਾਂ ਜਿਹੜੀ ਗੁਰਬਾਣੀ ਆ ਉਹ ਤਾਂ ਸਭੇ ਸਾਂਝੀ ਵਾਲ ਸਦਾਇਨ, ਉਹ ਕੋਈ ਨਾ ਦਿਸਾ ਬਾਹਰਾ ਜੀ, ਤੁਸੀਂ ਉਹ ਉਹਨਾਂ ਦੀਆਂ ਗੱਲਾਂ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰੋਜ਼, ਇਟ ਮੀਨਸ ਕਿ ਤੁਸੀਂ ਸਿਰਫ ਅਰਦਾਸਾਂ ਕਰਨ ਤੱਕ, ਫਿਰ ਇਹਦਾ ਮਤਲਬ ਤੁਹਾਨੂੰ ਉਹਦੀ ਸਮਝ ਨਹੀਂ ਲੱਗੀ। ਔਰ ਜੇ ਕਿਸੇ ਨੇ ਪਹਿਰਾ ਦੇ ਕੇ ਇਮਾਨਦਾਰੀ ਦੇ ਨਾਲ ਕੋਈ ਕੰਮ, ਜਾਂ ਤਾਂ ਉਹ ਤੁਸੀਂ ਦੱਸੋ ਉਹ ਵੀ ਉਹ ਕਰਪਟ ਹੈ, ਲਿਆਓ ਉਹਦਾ ਕੋਈ ਕਰਪਸ਼ਨ ਦਾ ਜਿਹੜਾ ਜੀ ਉਹ ਦੋਸ਼ ਲੱਭ ਕੇ ਫਿਰ ਰੱਖੋ, ਅਗਲੇ ਬੰਦੇ ਨੂੰ ਖਿਲਾਰ ਦਿਓ, ਫਿਰ ਅਸੀਂ ਵੀ ਇਹਦੇ ਇਸੇ ਹੀ ਪਲੇਟਫਾਰਮ ਦੇ ਉੱਤੇ ਗੱਲ ਕਰਾਂਗੇ ਵੀ ਤੁਸੀਂ ਗੱਲਾਂ ਤਾਂ ਬੜੀਆਂ ਕਰਦੇ ਸੀਗੇ, ਵਿੱਚੋਂ ਜਿਹੜਾ ਤੁਸੀਂ ਕੁਝ ਹੋਰ ਨਿਕਲੇ। ਇਸ ਕਰਕੇ ਇਹਨਾਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣ ਦਾ ਬਹੁਤਾ ਜ਼ਰੂਰਤ ਨਹੀਂ। ਮੇਰਾ ਖਿਆਲ, ਮੈਨੂੰ ਇਹ ਲੱਗਦਾ ਹੈ ਕੁਲਵੰਤ ਸਿੰਘ ਜੀ, ਕਿ ਜੇ ਇਸ ਮਾਮਲੇ ਦੇ ਉੱਤੇ ਫਾਸਟ ਟਰੈਕ ਦੇ ਵਿੱਚ ਕੋਈ ਫੈਸਲਾ ਹੋ ਜਾਂਦਾ, ਕੁਝ ਲੋਕ ਜਿਨ੍ਹਾਂ ਦੇ ਨਾਮ ਚਲਾਣ ਦੇ ਵਿੱਚ ਸ਼ਾਮਲ ਨੇ, ਉਹਦੇ ਵਿੱਚ ਕੁਝ ਪੋਲੀਟੀਕਲ ਲੋਕ ਵੀ ਜਿਹੜਾ ਦੀ ਉਹ ਹੈਗੇ ਨੇ, ਜਿਨ੍ਹਾਂ ਦੇ ਨਾਮ ਨੇ ਪੋਲੀਟੀਕਲ ਲੋਕਾਂ ਵਿੱਚ ਮਨਤਾਰ ਸਿੰਘ ਬਰਾੜ ਹੋਰਾਂ ਦਾ ਨਾਮ ਜਿਹੜਾ ਦੀ ਉਹ ਸ਼ਾਮਲ ਹੈ। ਬਾਕੀ ਜਿਹੜੇ ਨੇ ਉਹ ਕਿਉਂਕਿ ਇਹ ਪੁਲਿਸ ਅਫਸਰਾਂ ਦੇ ਨੇ, ਔਰ ਇਹਦੇ ਵਿੱਚ ਕੁਝ ਇੱਕ ਦੋ ਜਿਹੜੇ ਨਾਮ ਹੈਗੇ ਨੇ
ਸੁਹੇਲ ਬਰਾੜ ਹੈ, ਪੰਕਜ ਬਾਂਸਲ ਹੁਰੀ ਨੇ, ਇਹ ਜਿਹੜੇ ਲੋਕ, ਜੇ ਮੰਨ ਲਓ ਇਹਨਾਂ ਨੂੰ ਸਜ਼ਾਵਾਂ ਕੁਝ ਹੋ ਜਾਂਦੀਆਂ, ਸਪੋਜ਼ ਕੁਝ, ਤੇ ਇੰਨਾ ਡੈਮੇਜ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਦਾ ਨਹੀਂ ਸੀ ਹੋਣਾ ਜਿੰਨਾ ਇਹਦੇ ਨਾਲ ਜਿਹੜਾ ਇਹ ਰਿਪੋਰਟ ਰੱਦ ਹੋਣ ਦੇ ਨਾਲ ਹੋ ਰਿਹਾ। ਔਰ ਖਾਸ ਤੌਰ ਦੇ ਉੱਤੇ ਜਿਹੜੇ ਉਹਦੇ ਬੁਲਾਰੇ ਡਿਫੈਂਡ ਕਰ ਰਹੇ ਨੇ ਆ ਕੇ ਜਿਹੜਾ ਚੈਨਲਾਂ ਦੇ ਉੱਤੇ, ਉਹ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਕੇ ਜਾਂ ਉਹ ਡਾਇਰੈਕਟ ਅਟੈਕ ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਕਰਕੇ ਜਿੰਨਾ ਡੈਮੇਜ ਉਹ ਆਪਣਾ ਆਪ ਹੀ ਕਰੀ ਜਾ ਰਹੇ ਹੈ ਜੀ। ਹੁਣ ਇੱਥੇ ਅਖੀਰਲਾ ਸਵਾਲ ਇੱਥੇ ਇਹ ਬਣਦਾ ਹੈਗਾ ਕਿ ਕੀ ਜਿਸ ਤਰੀਕੇ ਨਾਲ ਜਿਹੜੀ ਦੋ ਮੁੱਦਿਆਂ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਪਿਛਲੀ ਵਾਰੀ ਕਾਂਗਰਸ ਸਰਕਾਰ ਬਣੀ ਸੀ, ਉਹ ਮੁੱਦੇ ਹਾਲੇ ਤੱਕ ਹੱਲ ਨਹੀਂ ਹੋਏ, ਸਾਰੇ ਹੀ ਰੌਲਾ ਪਾਣੀ ਸ਼ੁਰੂ ਹੋ ਗਏ ਨੇ, ਕਾਂਗਰਸੀ ਵੀ ਤੇ ਬਾਕੀ ਆਮ ਜਨਤਾ ਵੀ ਰੌਲਾ ਪਾਣੀ ਸ਼ੁਰੂ ਹੋ ਗਈ ਹੈ, ਮੁੱਦੇ ਹਲੇ ਉੱਥੇ ਹੀ ਪਏ ਨੇ। ਵਕਤ ਜਿਹੜਾ ਉਹ 6 ਮਹੀਨੇ ਦਾ ਰਹਿ ਗਿਆ। ਇਹ ਕਿਹਾ ਜਾ ਰਿਹਾ ਵੀ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ, ਸੁਪਰੀਮ ਕੋਰਟ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਜਿਹੜਾ ਮਾਮਲਾ ਲਿਸਟ ਹੋਣ ਲੱਗੇ ਬੜਾ ਟਾਈਮ ਲੱਗ ਜਾਂਦਾ, ਕੇਸ ਲੱਗਣ, ਜੇ ਉੱਧਰ ਵੀ ਸਮਾਂ ਲੱਗ ਜਾਂਦਾ, ਇੱਧਰੋਂ SIT ਬਣਾ ਕੇ ਜਾਂਚ ਵੀ ਨਹੀਂ ਸ਼ੁਰੂ ਕੀਤੀ ਜਾਂਦੀ, ਉੱਧਰੋਂ ਜਿਹੜਾ ਕੇਸ ਫੇਲ ਹੋ ਜਾਂਦਾ ਵੀ ਉੱਧਰੋਂ ਮਨਾ ਕਰ ਦਿੰਦੇ ਸੁਪਰੀਮ ਕੋਰਟ ਵੀ, ਇੱਧਰੋਂ ਜਾਂਚ ਜਿਹੜੀ ਲੇਟ ਸ਼ੁਰੂ ਹੁੰਦੀ ਹੈ ਤੇ ਉਹ ਮੁਕੰਮਲ ਹੁੰਦੀ ਹੀ ਨਹੀਂ, ਤਾਂ ਫਿਰ ਪਲਟੀ ਵੱਜ ਗਈ ਸਰਕਾਰ ਦੀ। ਦੇਖੋ ਪਲਟੀ ਤਾਂ ਨਹੀਂ ਅਜੇ ਕਿਹਾ ਜਾ ਸਕਦਾ ਕਿ ਪਲਟੀ ਵੱਜ ਗਈ, ਪਰ ਮੇਰੀ ਜਾਚੇ ਸਰਕਾਰ ਸੁਪਰੀਮ ਕੋਰਟ ਨਹੀਂ ਜਾਊਗੀ, ਇਹ ਸਿੱਟ ਬਣਾਉਣਗੇ। ਸਿੱਟ ਕਿਹਨੂੰ ਦਿੰਦੇ ਆ ਇਹ ਨਿਰਭਰ ਆਊਗਾ ਕੋਈ ਸਿੱਟ 'ਚ ਸ਼ਾਮਲ ਹੋਣ। ਹਾਂ, ਇਹ ਵੀ ਅਗਲਾ ਜਿਹੜਾ ਜੀ ਉਹ ਸਵਾਲ ਜਿਹੜਾ ਉਹ ਰਹੂਗਾ। ਹਾਲਾਂਕਿ ਕੁਝ ਨਾਮ ਜਿਹੜੇ ਆ ਉਹ ਚੱਲ ਰਹੇ ਆ, 3 ਕੁ ਨਾਮ ਮੈਨੂੰ ਵੀ ਕਿਸੇ ਨੇ ਸਵੇਰੇ ਦੱਸੇ ਵੀ ਆਹ ਨਾਮ ਜਿਹੜੇ ਉਹ ਹੋ ਸਕਦੇ ਆ ਕਿ ਉਹਨਾਂ ਨੂੰ ਦਿੱਤੀ ਜਿਹੜੀ ਜਾ ਸਕਦੀ ਹੈ। ਇਹਦੇ ਵਿੱਚ ਜਤਿੰਦਰ ਸਿੰਘ ਔਲਖ ਹੋਰਾਂ ਦਾ ਨਾਮ ਵੀ ਚੱਲ ਰਿਹਾ, ਭੁੱਲਰ ਸਾਹਿਬ ਨੇ ਉਹਨਾਂ ਦਾ ਨਾਮ ਵੀ ਜਿਹੜਾ ਉਹ ਚੱਲ ਰਿਹਾ। ਦੇਖੋ ਉਹ ਕਿੰਨੀ ਤੇਜ਼ੀ ਦੇ ਨਾਲ ਜਾਂਚ ਕਰਦੇ ਆ, ਜਾਂ ਤਾਂ ਇਹ ਹੋਵੇ ਕਿ ਮਹੀਨੇ ਦਾ ਸਮਾਂ ਦਿੱਤਾ ਜਾਵੇ ਕਿ ਕਿਉਂਕਿ ਦੇਖੋ ਮਟੀਰੀਅਲ ਉਹਨਾਂ ਕੋਲੇ ਬਹੁਤ ਪਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪਈ ਆ, ਆਹ ਸਿੱਟ ਦੀ ਜਿਹੜੀ ਜਾਂਚ ਹੈ ਉਹ ਪਈ ਆ, ਇਹਦੇ 'ਚ ਬਾਕੀ ਤਾਂ ਸਾਰਾ ਕੁਝ ਪਿਆ ਨਾ, ਉਹ ਤੇਜ਼ੀ ਨਾਲ ਕਰ ਸਕਦੇ ਨੇ। ਔਰ ਮੈਨੂੰ ਲੱਗਦਾ ਇਹ ਨਹੀਂ ਹੋਣਾ ਜੀ, ਇਹ ਘੱਟੇ ਮਿੱਟੀ ਸਮਝ ਲਓ ਕਿ ਇਹ ਸਾਰਾ ਕੁਝ ਜਿਹੜਾ ਜੀ ਉਹ ਰੋਲ ਦਿੱਤਾ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਆਪਾਂ 16 ਦੇ ਵਿੱਚ ਅਕਾਲੀ ਦਲ ਬਾਦਲ BJP ਨੂੰ ਖੜਾ ਦੇਖਦੇ ਸੀ, ਉਸੇ ਹੀ ਸੇਮ ਪਲੇਟਫਾਰਮ ਦੇ ਉੱਤੇ ਇਸ ਵੇਲੇ ਕਾਂਗਰਸ ਵੀ ਦੇ ਆ ਕੇ ਜਿਹੜੀ ਆ ਉਹ ਖੜ ਗਈ ਹੈ ਜੀ। ਜਵਾਬਦੇਹੀ ਉਹਨਾਂ ਦੀ ਵੀ ਇਸ ਮਾਮਲੇ ਦੇ ਉੱਤੇ ਲੋਕ ਕਰਨਗੇ, 100% ਕਰਨਗੇ। ਅੱਛਾ, ਜਾਂਦੇ ਇੱਕ ਛੋਟਾ ਜਿਹਾ ਜਿਹੜਾ ਅਖੀਰਲਾ ਜਿਹੜਾ ਉਹ ਸਵਾਲ ਹੈ ਕਿ ਕੀ ਇਸ ਸਾਰੇ ਮਾਮਲੇ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਣ ਵਾਲਾ ਹੈ? ਦੇਖੋ ਆਮ ਆਦਮੀ ਪਾਰਟੀ ਨੂੰ ਹੁੰਦਾ ਜਾਂ ਇਹ ਹੈ ਕਿ ਇਹ ਉਹਨਾਂ ਦੇ ਉੱਤੇ ਨਿਰਭਰ ਹੈ ਕਿ ਪੋਲੀਟੀਕਲ ਤੌਰ ਦੇ ਉੱਤੇ ਉਹ ਮੈਚੋਰ ਹੈਗੇ ਆ ਕਿ ਇਸ ਚੀਜ਼ ਨੂੰ ਉਹ ਪੋਲੀਟੀਕਲ ਮਾਈਲੇਜ ਦੇ ਵਾਸਤੇ ਜਿਹੜਾ ਉਹ ਵਰਤ ਸਕਣ। ਮੇਰੀ ਜੱਜ ਇਹ ਹੁੰਦਾ, ਕਿਉਂਕਿ ਇਉਂ ਆ ਕਿ ਸਿਆਸੀ ਲੋਕ ਜਿਹੜੇ ਹੁੰਦੇ ਆ ਕੁਲਵੰਤ ਸਿੰਘ ਜੀ, ਉਹ ਜੋ ਕਹਿੰਦੇ ਆ ਉਹ ਹੁੰਦਾ ਨਹੀਂ, ਜੋ ਹੁੰਦਾ ਨਹੀਂ ਉਹ ਕਹਿੰਦੇ ਆ, ਠੀਕ ਹੈ ਨਾ ਜੀ। ਇਸ ਕਰਕੇ ਇਹ ਇੱਕ ਬਹੁਤ ਸੈਂਸਿਟਿਵ ਜਿਹੜਾ ਜੀ ਉਹ ਵਿਸ਼ਾ ਹੈ। ਜੇ ਮਾੜੀ ਜੀ ਵੀ ਗੱਲ ਇੱਧਰ ਤੋਂ ਇੱਧਰ ਹੋ ਗਈ, ਡੰਡੀ ਕੌਮਾ ਬਿੰਦੀ ਟਿੱਪੀ ਵੀ ਇੱਧਰ ਉੱਧਰ ਹੁੰਦੀ ਆ, ਤੇ ਉਹ ਲੈਣੇ ਤੇ ਦੇਣੇ ਪੈ ਸਕਦੇ ਆ। ਇਹ ਬਹੁਤ ਸੈਂਸਿਟਿਵ ਜਿਹੜਾ ਜੀ ਉਹ ਵਿਸ਼ਾ ਹੈ। ਮੇਰੀ ਜਾਚੇ ਇਸ ਚੀਜ਼ ਨੂੰ ਕਿਸੇ ਵੀ ਹਾਲਤ ਦੇ ਵਿੱਚ ਮੈਂ ਬਹੁਤ ਸਟਰੋਂਗਲੀ ਇਸ ਚੀਜ਼ ਦਾ ਜਿਹੜਾ ਜੀ ਉਹਨੂੰ ਮੰਨਦਾ ਕਿ ਇਹਨੂੰ ਵੋਟਾਂ ਦੇ ਨਾਲ, ਪੋਲੀਟਿਕਸ ਦੇ ਨਾਲ ਜੋੜ ਕੇ ਵੇਖਣਾ ਹੀ ਆਪਣੇ ਆਪ 'ਚ ਇੱਕ ਗਲਤੀ ਹੋਊਗੀ। ਇਹਨੂੰ ਨਹੀਂ ਵੇਖਿਆ ਜਾਣਾ ਚਾਹੀਦਾ। ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀਗਾ, ਬਹੁਤ ਸਾਰੇ ਲੋਕ ਗਏ ਸੀਗੇ, ਤੇ ਉਦੋਂ ਸੁਖਪਾਲ ਸਿੰਘ ਖਹਿਰਾ ਹੋਰੀ ਆਏ ਸੀ ਇੱਕ ਜਲੂਸ ਲੈ ਕੇ ਬੜਾ ਵੱਡਾ। ਮੈਂ ਉਦੋਂ ਇਹ ਗੱਲ ਕਹੀ ਸੀ ਵੀ ਜਿਹੜੇ ਸਿਰ ਇੱਥੇ ਆਏ ਹੋਏ ਆ ਨਾ ਬਰਗਾੜੀ ਦੇ ਵਿੱਚ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਆਏ ਹੋਏ ਆ। ਜਿਹੜਾ ਬੰਦਾ ਇਹਨਾਂ ਨੂੰ ਵੋਟਾਂ ਦੇ ਸਿਰ ਗਿਣੂਗਾ ਉਹ ਬਹੁਤ ਵੱਡੀ ਗਲਤੀ ਕਰ ਰਿਹਾ ਹੋਊਗਾ। ਨਾ ਤਾਂ ਵੋਟਾਂ ਦੇ ਸਿਰ ਉਹ ਸੀਗੇ ਜਿਹੜੇ ਬਰਗਾੜੀ ਗਏ, ਨਾ ਵੋਟਾਂ ਦੇ ਸਿਰ ਉਹ ਸੀਗੇ ਜਿਹੜੇ ਚੱਬੇ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਗਏ। ਗਲਤੀ ਕੀਤੀ ਧਿਰਾਂ ਨੇ, ਗਲਤੀ ਕੀਤੀ ਉਹਨਾਂ ਨੂੰ ਜਿਹੜੀਆਂ ਉਹ ਵੋਟਾਂ ਮੰਨਣ ਦੀ। ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜਿਹੜੀਆਂ ਉਹਦੀਆਂ ਘਟਨਾਵਾਂ ਹੋਈਆਂ, ਬਾਅਦ 'ਚ ਘਟਨਾਵਾਂ ਹੋਈਆਂ, ਜਿਹੜੇ ਅੱਜ ਵੀ ਸਾਡੇ ਉਹਦਾ ਅਸਰ ਆ ਜਿਹੜਾ ਦਿਨਾਂ ਦੇ ਉੱਤੇ, ਉਹਨੂੰ ਆਪਾਂ ਪੋਲੀਟੀਕਲ ਤੌਰ ਦੇ ਉੱਤੇ ਵੇਖ ਹੀ ਨਹੀਂ ਸਕਦੇ ਕਿ ਇਹ ਕਿਹਦੀਆਂ ਵੋਟਾਂ ਟੁੱਟਣਗੀਆਂ, ਕਿਹਦੇ ਨਾਲ ਵੋਟਾਂ ਜਿਹੜੀਆਂ ਉਹ ਜੁੜਨਗੀਆਂ। ਕਿਉਂਕਿ ਗੱਲ ਜਿਹੜੀ ਆ ਉਹ ਗੁਰੂ ਦੀ ਹੈ, ਜਿਹੜਾ ਕਿ ਤੁਹਾਡੇ ਲਈ ਸਭ ਕੁਝ ਹੈ। ਔਰ ਉਹ ਧਰਤੀ ਜਿੱਥੇ ਇਹਦੀ ਸ਼ੁਰੂਆਤ ਹੋਈ, ਸੁਲਤਾਨਪੁਰ ਲੋਧੀ ਗੁਰਦੁਆਰਾ ਜਿਹੜਾ ਸੰਤ ਘਾਟ ਹੈ, ਵੇਈ ਨਦੀ 'ਚੋਂ ਨਿਕਲ ਕੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਮੂਲ ਮੰਤਰ ਇੱਥੇ ਉਚਾਰਿਆ ਸੀਗਾ। ਸੋ ਇਹ ਧਰਤੀ ਤੋਂ ਉਹਦੀ ਸ਼ੁਰੂਆਤ ਜਿਹੜੀ ਆ ਉਹ ਹੋਈ ਆ। ਔਰ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਠੀਕ ਹੈ ਨਾ, ਸੰਤਾਂ ਇਹ ਫਕੀਰਾਂ ਦੀ ਜਿਹੜੀ ਧਰਤੀ ਆ, ਉੱਥੇ ਅਜਿਹੀਆਂ ਘਟਨਾਵਾਂ ਵਾਪਰਨੀਆਂ ਆਪਣੇ ਆਪ ਦੇ ਵਿੱਚ ਇੱਕ ਲਾਹਨਤ ਹੈ। ਅਤੇ ਜਦੋਂ ਤੱਕ ਇਹਦਾ ਕੋਈ ਹੱਲ ਨਹੀਂ ਨਿਕਲ ਆਉਂਦਾ ਜਾਂ ਉਹ ਲੋਕਾਂ ਦੇ ਚਿਹਰੇ ਨੰਗੇ ਨਹੀਂ ਹੋ ਜਾਂਦੇ ਜਿਹੜੇ ਇਹਨਾਂ ਦੇ ਪਿੱਛੇ ਨੇ, ਉਹ ਲਾਹਨਤ ਸਾਨੂੰ ਸਭ ਨੂੰ, ਇਨਸਾਫ ਪਸੰਦ ਲੋਕਾਂ ਨੂੰ ਤੰਗ ਕਰਦੀ ਰਹੂਗੀ।
ਬਹੁਤ ਬਹੁਤ ਧੰਨਵਾਦ ਤੁਹਾਡਾ ਪੰਨੂ ਸਾਹਿਬ ਕਿ ਤੁਸੀਂ ਇੰਨੀ ਵੱਡਮੁੱਲੀ ਜਾਣਕਾਰੀ ਦਿੱਤੀ ਤੇ ਇਸ ਮਾਮਲੇ ਨੂੰ ਇਹ ਇੰਨੇ ਵਧੀਆ ਢੰਗ ਦੇ ਨਾਲ ਤੇ ਇੰਨੇ ਗੰਭੀਰ ਢੰਗ ਦੇ ਨਾਲ ਜਿਹੜਾ ਇਸ ਨੂੰ ਕਨਕਲੂਡ ਕੀਤਾ। ਬਹੁਤ ਮਿਹਰਬਾਨ। ਸੋ ਕੁੱਲ ਮਿਲਾ ਕੇ ਨਤੀਜਾ ਇਹ ਨਿਕਲਦਾ ਸਾਰੀ ਗੱਲਬਾਤ ਦਾ ਕਿ ਰਾਜਨੀਤੀ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਇਸ ਮਾਮਲੇ ਨੂੰ ਰਾਜਨੀਤੀ ਕਰਦੇ ਹੋਏ ਅੱਜ ਇਹ ਮਾਮਲਾ ਇੱਥੇ ਤੱਕ ਪਹੁੰਚਿਆ। ਅਕਾਲੀ ਦਲ ਦੀ ਸਰਕਾਰ ਤੇ ਅਕਾਲੀ ਦਲ ਦਾ ਅੱਜ ਜਿਸ ਤਰ੍ਹਾਂ ਦੇ ਹਸ਼ਰ ਹੋਇਆ ਪੰਜਾਬ ਦੇ ਵਿੱਚ, ਜੇਕਰ ਇਸ ਮਾਮਲੇ ਦੇ ਵਿੱਚ ਰਾਜਨੀਤੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੀਆਂ ਪਾਰਟੀਆਂ ਇਸ ਉੱਤੇ ਰਾਜਨੀਤੀ ਕਰਦੀਆਂ ਚਲੀਆਂ ਜਾਣਗੀਆਂ, ਲੋਕਾਂ ਦਾ ਮੋਹ ਉਹਨਾਂ ਤੋਂ ਭੰਗ ਹੁੰਦਾ ਜਾਏਗਾ, ਲੋਕ ਉਹਨਾਂ ਤੋਂ ਜਵਾਬ ਮੰਗਣਗੇ ਤੇ ਉਹ ਆਗੂਆਂ ਦਾ ਰਾਜਨੀਤਿਕ ਕੈਰੀਅਰ ਜਿਹੜਾ ਉਹ ਤਬਾਹ ਹੋ ਕੇ ਰਹਿ ਜਾਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਵੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।